ਸਿੱਖਾਂ ਦਾ ਨਿਆਰਾਪਣ, ਸ਼੍ਰੀ ਅਕਾਲ ਤਖਤ ਸਾਹਿਬ ਦਾ ਧਰਮ ਅਤੇ ਰਾਜਨੀਤੀ ਦਾ ਫਲਸਫਾ, ਇਹ ਸਾਰੀਆਂ ਗੱਲਾਂ ਵਿਰੋਧੀਆਂ ਨੂੰ ਸ਼ੁਰੂ ਤੋਂ ਹੀ ਰੜਕਦੀਆਂ ਰਹੀਆਂ। ਇਹ ਹੈ ਕਿ 1984 ਤੋਂ ਬਾਅਦ ਜਿਹੜਾ ਇੱਕ ਸੋਚਿਆ ਵੀ ਹੁਣ ਸਿੱਖਾਂ ਨੂੰ ਕਾਬੂ ਕਿਵੇਂ ਕਰਨਾ। ਇੱਥੇ ਮਿਲਟਰੀ ਲਾਤੀ, ਇੱਥੇ ਹੋਰ ਸਾਰਾ ਕੁਝ ਉਹ ਤਾਂ ਮਈਅਰਸ ਲੈ ਰਹੇ ਰਿਪਰੈਸਿਵ। ਦੂਜਾ ਉਹਨਾਂ ਨੂੰ ਇਹ ਸੀ ਕਿ ਇਹਨਾਂ ਨੂੰ ਥਾਟ ਦੀ ਲੈਵਲ ਦੇ ਉੱਤੇ ਕੰਟਰੋਲ ਕਰੋ। ਹੈਦਰਾਬਾਦ ਦੇ ਵਿੱਚ ਨਾਰੇ ਕੰਧਾਂ ਤੇ ਲਿਖੇ ਪਏ, ਰੈੱਡ ਸਲੂਟ ਟੂ ਭਿੰਡਰਾਂ ਵਾਲੇ। ਲੋਕ ਭਿੰਡਰਾਂ ਵਾਲੇ ਨੂੰ ਕਮਿਊਨਿਸਟ ਆਪਦਾ ਹੀਰੋ ਦੇਖ ਰਹੇ। ਉਹਨਾਂ ਦੇ ਮਨਾਂ 'ਚ ਉਹਦਾ ਇੱਕ ਹੀਰੋ ਇੱਕ ਇਮੇਜ ਬਣ ਗਿਆ, ਇਹ ਉਹਨੂੰ ਵਿਲਨ ਦੇਖ ਰਹੇ ਸੀ। 1986 ਵਿੱਚ ਚੰਡੀਗੜ੍ਹ ਦੀ ਯਾਤਰਾ ਕਰਨਾ ਹਿੰਦੂ ਫਿਰਕਾ ਪ੍ਰਸਤੀ ਤੇ ਸਭ ਨਾਲੋਂ ਘਿਨੌਣੇ ਰੂਪ ਦੇ ਦਰਸ਼ਨ ਕਰਨਾ ਸੀ। 1978 ਇੱਕ ਵਾਟਰਸ਼ੈਡ ਮਾਰਕ ਬਣਦਾ ਹੈ ਕਿ ਉਦੋਂ ਹੀ ਸਿੱਖ ਜਿਹੜਾ ਹੈਗਾ ਅਪਸਾਰੀ ਸ਼ੁਰੂ ਹੁੰਦਾ ਹੈ। ਪੋਲੀਟੀਕਲ ਅਚੀਵਮੈਂਟ ਵਾਜ਼ ਨਾਟ ਹਿਸ ਸੈਂਟਰਲ ਆਬਜੈਕਟਿਵ। ਜਿਸ ਆਬਜੈਕਟਿਵ ਵਾਸਤੇ ਉਹਨੇ ਲੜਾਈ ਲੜੀ, ਸ਼ਹੀਦੀਆਂ ਦਿੱਤੀਆਂ, ਆਪਾਂ ਉੱਥੋਂ ਦੇਖੀਏ ਕੋਈ ਅਚੀਵਮੈਂਟ ਹੋਈ। ਸਾਨੂੰ ਲੱਗੀ ਜਾਂਦਾ ਨਾ ਵੀ ਉਹ 'ਚੋਂ ਖੱਟਿਆ ਕਿ ਮੈਂ ਕਹਿੰਦਾ ਵੀ ਜੇ ਉਹ ਲੜਾਈ ਨਾ ਲੜੀ ਗਈ ਹੁੰਦੀ ਫਿਰ ਤੁਸੀਂ ਦੇਖਦੇ ਅੱਜ ਪੰਜਾਬ 'ਚ ਕੀ ਹਾਲਤ ਹੋਣੀ ਸੀ। ਜਿਨ੍ਹਾਂ ਨੂੰ ਪੋਲੀਟੀਕਲ ਪ੍ਰਾਪਤੀ ਦੀ ਖਿੱਚ ਵੱਧ ਸੀ, ਜਿਹੜੇ ਸੰਤਾਂ ਦੇ ਨੇੜੇ ਵੀ ਸੀ, ਫੈਡਰੇਸ਼ਨ ਵਾਲੀ ਲੀਡਰਸ਼ਿਪ ਦਾ ਵੱਡਾ ਹਿੱਸਾ ਉਹ ਸੀ ਜਿਹੜੇ ਸਕੀਮਾਂ ਹੀ ਇਹ ਲੜਦੇ ਹੁੰਦੇ ਸੀ, ਮਿਨਿਸਟਰੀਆਂ ਵੀ, ਕਿਹੜਾ ਮਿਨਿਸਟਰ ਬਣੂ ਭਲਾ। ਸੋ ਸਾਨੂੰ ਉਹ ਨੈਗੇਟਿਵ ਜ਼ਿਆਦਾ ਦਿਸ ਰਿਹਾ, ਪੋਜ਼ੀਟਿਵ ਕਿਉਂਕਿ ਉਹਨੇ ਪ੍ਰਗਟ ਨਹੀਂ ਹੋਣਾ ਅਜੇ। ਸੋ ਜੋ ਲਹੂ ਡੁੱਲਿਆ ਉਹਨੇ ਇੱਕ ਰੰਗ ਲਿਆਉਣਾ ਹੈ, ਪਰ ਕਿਸੇ ਖਾਸ ਮੌਕੇ ਤੇ ਉਹ ਪ੍ਰਗਟ ਹੋਣਾ ਹੈ। ਪਿਛਲੇ ਐਪੀਸੋਡ ਵਿੱਚ ਅਸੀਂ ਜਾਣ ਕੇ ਆਏ ਹਾਂ ਕਿ ਕਿਵੇਂ ਸਿੱਖਾਂ ਦੀ ਵੱਖਰੀ ਪਛਾਣ ਨੂੰ ਖਤਮ ਕਰਨ ਦੇ ਲਈ ਕੰਮ ਕੀਤੇ ਗਏ। ਸਿੱਖਾਂ ਦੇ ਨਿਆਰੇਪਨ ਨੂੰ ਨਾ ਸਹਾਰਦੇ ਹੋਏ ਉਹਨਾਂ ਨੂੰ ਬਹੁਗਿਣਤੀ ਦਾ ਹਿੱਸਾ ਬਣਨ ਦੇ ਲਈ ਮਜਬੂਰ ਕੀਤਾ ਗਿਆ। ਆਓ ਹੁਣ ਆਪਾਂ ਗੱਲ ਕਰਦੇ ਹਾਂ ਫਿਰਕਾ ਪ੍ਰਸਤੀ ਬਾਰੇ। ਸਿੱਖ ਫਿਰਕਾ ਪ੍ਰਸਤੀ ਬਾਰੇ ਉਹਨਾਂ ਸਮਿਆਂ ਵਿੱਚ ਆਮ ਹੀ ਪ੍ਰਚਾਰਿਆ ਗਿਆ, ਪਰ ਕੀ ਤੁਸੀਂ ਕਦੇ ਹਿੰਦੂ ਫਿਰਕਾ ਪ੍ਰਸਤੀ ਬਾਰੇ ਸੁਣਿਆ ਹੈ? 1986 ਵਿੱਚ ਚੰਡੀਗੜ੍ਹ ਦੀ ਯਾਤਰਾ ਕਰਨਾ ਹਿੰਦੂ ਫਿਰਕਾ ਪ੍ਰਸਤੀ ਤੇ ਸਭ ਨਾਲੋਂ ਘਿਨੌਣੇ ਰੂਪ ਦੇ ਦਰਸ਼ਨ ਕਰਨਾ ਸੀ। ਇਹ ਕਹਿਣਾ ਹੈ ਇੱਕ ਸੁਹਿਰਦ ਪੰਜਾਬੀ ਹਿੰਦੂ ਵਜੋਂ ਜਾਣੇ ਜਾਂਦੇ ਪੀ.ਕੇ. ਨਿਜਾਮਨ ਦਾ। ਪੀ.ਕੇ. ਨਿਜਾਮਨ ਕੋਈ ਆਮ ਵਿਅਕਤੀ ਨਹੀਂ ਸੀ। ਉਸ ਵੇਲੇ ਉਸ ਦਾ ਨਾਮ ਦੇਸ਼ ਦੇ ਚੋਟੀ ਦੇ ਪੱਤਰਕਾਰਾਂ, ਕਵੀਆਂ ਅਤੇ ਵਿਦਵਾਨਾਂ ਵਿੱਚ ਗੂੰਜਦਾ ਸੀ। ਸਿੱਖ ਪੰਥ ਨੂੰ ਵਿਸ਼ਾਲ ਹਿੰਦੂ ਧਰਮ ਦਾ ਅੰਗ ਦੱਸਣ ਲਈ ਕ੍ਰਿਡ ਵੱਲੋਂ ਪੁਰਸ਼ੋਤਮ ਕੁਮਾਰ ਨਿਜਾਮਨ ਵੱਲੋਂ ਸ਼੍ਰੀ ਗੁਰੂ ਗੋਬਿੰਦ ਗੀਤਾ ਨਾਮ ਦੇ ਸਿਰਲੇਖ ਹੇਠ ਇੱਕ ਕਿਤਾਬ ਛਪਵਾਈ ਗਈ। ਦਰਅਸਲ ਪੀ.ਕੇ. ਨਿਜਾਮਨ ਦਾ ਮਕਸਦ ਸਿੱਖਾਂ ਨਾਲ ਨੇੜਤਾ ਕਰਨਾ ਸੀ। ਇਸ ਮਕਸਦ ਲਈ ਉਸਨੇ ਭਗਵਤ ਗੀਤਾ ਦੇ ਨਮੂਨੇ ਤੇ ਗੋਬਿੰਦ ਗੀਤਾ ਦੀ ਰਚਨਾ ਕੀਤੀ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਵੱਲੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਵਾਲੀ ਘਟਨਾ ਨੂੰ ਹਿੰਦੂ ਮਾਨਸਿਕਤਾ ਦੇ ਤਹਿਤ ਪੇਸ਼ ਕੀਤਾ ਗਿਆ। ਪਰ ਜਦੋਂ ਉਹ ਇਸ ਦੇ ਹੋਰ ਅੰਦਰ ਗਿਆ ਤਾਂ ਉਸ ਨੂੰ ਪੰਜਾਬ ਦੇ ਹਿੰਦੂਆਂ ਵੱਲੋਂ ਸਿੱਖਾਂ ਨਾਲ ਨਫ਼ਰਤ ਦਾ ਅਸਲ ਸੱਚ ਪਤਾ ਲੱਗਿਆ। ਇਹ ਉਹ ਸੱਚ ਸੀ ਜੋ ਕਦੇ ਸਾਹਮਣੇ ਨਹੀਂ ਲਿਆਂਦਾ ਗਿਆ। ਪੀ.ਕੇ. ਨਿਜਾਮਨ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਹਿੰਦੂ ਸਿੱਖ ਵੱਖਵਾਦ ਦਾ ਵਿਰੋਧ ਕਰਦੇ ਕਰਦੇ ਪੂਰਨ ਤੌਰ ਉੱਪਰ ਪੰਜਾਬ ਅਤੇ ਪੰਜਾਬੀ ਦੇ ਵਿਰੋਧੀ ਹੋ ਨਿਬੜੇ ਹਨ। ਉਹ ਇਹ ਹੈ ਕਿ 1984 ਤੋਂ ਬਾਅਦ ਜਿਹੜਾ ਇੱਕ ਸੋਚਿਆ ਵੀ ਹੁਣ ਸਿੱਖਾਂ ਨੂੰ ਕਾਬੂ ਕਿਵੇਂ ਕਰਨਾ। ਮਸਲਾ ਇਹੀ ਸੀਗਾ ਕਿ ਹਾਊ ਟੂ ਕੰਟਰੋਲ ਦੈਮ, ਇਹਨਾਂ ਨੂੰ ਆਪਦੇ ਅਧੀਨ ਕਿਵੇਂ ਰੱਖਿਆ ਜਾਵੇ। ਉਹ 'ਚ ਵੱਖੋ ਵੱਖਰੀਆਂ ਤਰਕੀਬਾਂ ਆਈਆਂ। ਚਲੋ ਇੱਕ ਤਾਂ ਉਹ ਕਰ ਹੀ ਰਹੇ ਸੀਗੇ, ਇੱਥੇ ਮਿਲਟਰੀ ਲਾਤੀ, ਇੱਥੇ ਹੋਰ ਸਾਰਾ ਕੁਝ ਉਹ ਤਾਂ ਮਈਅਰਸ ਲੈ ਰਹੇ ਰਿਪਰੈਸਿਵ। ਦੂਜਾ ਉਹਨਾਂ ਨੂੰ ਇਹ ਸੀ ਕਿ ਇਹਨਾਂ ਨੂੰ ਥਾਟ ਦੀ ਲੈਵਲ ਦੇ ਉੱਤੇ ਕੰਟਰੋਲ ਕਰੋ, ਅਤੇ ਉਹਦੇ ਵਾਸਤੇ ਫਿਰ ਇਹ ਇੱਕ ਪੁਰਸ਼ੋਤ ਕੁਮਾਰ ਨਿਜਾਵਨ ਨਾਂ ਦਾ ਹਿੰਦੂ ਇੰਟਲੈਕਚੁਅਲ ਸੀ, ਬਹੁਤ ਮਤਲਬ ਵੱਡਾ ਮਾਈਂਡ ਸੀਗਾ। ਇਹਦੇ ਮਨ ਦੇ ਵਿੱਚ ਆਈ ਜੋ ਇਹਨੇ ਕਿਹਾ ਵੀ ਹੁਣ ਜੋ ਪੰਜਾਬ 'ਚ ਹਾਲਾਤ ਬਣ ਰਹੇ ਨੇ ਅਤੇ ਮੈਨੂੰ ਉੱਥੇ ਜਾਣਾ ਚਾਹੀਦਾ, ਕਰਮ ਭੂਮੀ 'ਚ ਜਾ ਕੇ, ਅਤੇ ਉੱਥੇ ਜਾ ਕੇ ਆਪਦਾ ਫਰਜ਼ ਨਿਭਾਉਣਾ ਚਾਹੀਦਾ। ਫਰਜ਼ ਇਹਨੂੰ ਇਹ ਆਈ ਕਿ ਜਿਹੜੀ ਭਗਵਤ ਗੀਤਾ ਹੈ, ਜਿਵੇਂ ਕਿ ਕ੍ਰਿਸ਼ਨ ਨੇ ਅਰਜਨ ਨੂੰ ਉਪਦੇਸ਼ ਦਿੱਤਾ, ਇਸੇ ਤਰਜ਼ ਦੇ ਉੱਤੇ ਗੋਬਿੰਦ ਗੀਤਾ ਲਿਖੀ ਜਾਵੇ ਕਿ ਗੁਰੂ ਗੋਬਿੰਦ ਸਿੰਘ ਕ੍ਰਿਸ਼ਨ ਅਤੇ ਬੰਦਾ ਸਿੰਘ ਬਹਾਦਰ ਅਰਜਨ, ਵੀ ਉਵੇਂ ਹੀ ਉਹਨੇ ਉਹਨੂੰ ਉਪਦੇਸ਼ ਦੇ ਕੇ ਪੰਜਾਬ ਦੇ ਵਿੱਚ ਭੇਜਿਆ। ਸੋ ਉਹਨੂੰ ਹਿੰਦੂ ਜਿਹੜੀ ਮਾਈਥਾਲੋਜੀ ਹੈ ਉਹਨੂੰ ਉਸੇ ਲੜੀ 'ਚ ਵੀ ਪੇਸ਼ ਕੀਤਾ ਜਾਵੇ। ਅਤੇ ਨੈਚੁਰਲੀ ਜੋ ਉਪਦੇਸ਼ ਦਿੱਤਾ ਉਹ ਕੀ ਸੀ, ਉਹ ਤਾਂ ਫਿਰ ਉਹਨਾਂ ਨੇ ਆਪਦੀ ਦ੍ਰਿਸ਼ਟੀ ਤੋਂ ਹੀ ਦੱਸਣਾ ਸੀਗਾ। ਸੋ ਉਹਨੇ ਨਾ ਜੀ ਫਿਰ ਉਹ ਕਿਤਾਬ ਲਿਖਤੀ ਆ ਕੇ ਗੋਬਿੰਦ ਗੀਤਾ। ਤੇ ਉਹ ਕਿਤਾਬ ਬੜੀ
ਜਦੋਂ ਉਹਨੇ ਪੜ੍ਹਾਈ ਦੋਸਤਾਂ ਮਿੱਤਰਾਂ 'ਚ ਬੜੀ ਪਸੰਦ ਆਈ। ਅਤੇ ਉਹ ਜਿਵੇਂ ਫਿਰ ਹੁੰਦਾ ਹੈ, ਜਿਹੜੇ ਬੰਦੇ ਖੁਦ ਗਰਜ ਹੈ, ਜਿੱਥੇ ਗਰਜਾਂ ਹਨ, ਜਿੱਥੇ ਸਵਾਰਥ ਹੈ, ਉੱਥੇ ਲੜਾਈਆਂ ਵੀ ਹੋਣਗੀਆਂ। ਸੋ ਉਹਦਾ ਬਾਅਦ ਇੱਕ ਵੱਡੇ ਠੱਗ ਨਾਲ ਪੈ ਗਿਆ ਸਵਾਮੀ ਰਾਮ, ਜਿਹੜਾ ਉਸ ਮੌਕੇ ਬਹੁਤ ਪਾਵਰਫੁਲ ਸੀ। ਅਮਰੀਕਾ ਦੇ ਵਿੱਚ ਉਹਦੀ ਬਹੁਤ ਪ੍ਰੋਪਰਟੀ ਸੀਗੀ ਅਤੇ ਆਪਦੇ ਆਪ ਨੂੰ ਕਹਿੰਦਾ ਗੌਡ ਮੈਨ ਹੀ ਸੀਗਾ, ਪਰ ਹੁੰਦੇ ਤਾਂ ਵਪਾਰੀ ਹੈ ਨਾ ਐਕਚੁਅਲੀ। ਉਹਨੂੰ ਕਿਤੇ ਲੱਗਿਆ ਵੀ ਇਹ ਕਿਤਾਬ ਜੇ ਕਿਤੇ ਮੇਰੇ ਨਾਂ 'ਤੇ ਛਪ ਜੇ ਅਤੇ ਇਹ ਤੋਂ ਕਮਾਈ ਅਤੇ ਨਾਂ ਬੜਾ ਬਣ ਸਕਦਾ ਹੈ। ਸੋ ਉਹਨੇ ਉਹ ਤੋਂ ਲੈ ਲਈ, ਕਹਿੰਦਾ ਇਹਨੂੰ ਨਾ ਮੈਂ ਥੋੜ੍ਹਾ ਠੀਕ ਕਰਕੇ ਲਿਰਿਕਲ ਬਣਾਉਣੇ ਆ ਇਹਨੂੰ। ਅਤੇ ਉਹਨੇ ਉਹ ਤੋਂ ਲੈ ਕੇ ਉਹਨੂੰ ਲਿਰਿਕਲ ਬਣਾ ਕੇ ਆਪਦੇ ਨਾਂ ਥੱਲੇ ਛਾਪਤੀ। ਇਹ ਤੋਂ ਪ੍ਰੋਪਰਟੀ ਰਾਈਟ ਦਾ ਰੌਲਾ ਪੈ ਗਿਆ। ਸੋ ਇੰਟਰਸਟਿੰਗ ਇਹ ਹੈ ਵੀ ਫਿਰ ਨਜਾਵਣ ਨੇ ਲੜਾਈ ਲੜੀ, ਲੀਗਲ ਬੈਟਲ, ਹਰ ਇੱਕ ਕੋਲੇ ਗਿਆ, RSS ਤੱਕ ਤੋਂ ਲੈ ਕੇ ਜਿਹੜਾ ਵੀ ਉਸ ਮੌਕੇ ਕੋਈ ਮੈਟਰ ਕਰਦਾ ਸੀ। ਪਰ ਉੱਥੋਂ ਤਾਕਤ ਦਾ ਪਤਾ ਲੱਗਦਾ। ਉਹ ਕਹਿੰਦਾ ਵੀ ਮੇਰੀ ਕਿਸੇ ਨੇ ਵੀ ਬਾਂਹ ਨਾ ਫੜੀ। ਸਭ ਨੇ ਕਿਹਾ ਤੂੰ ਚੁੱਪ ਕਰਕੇ ਪ੍ਰਵਾਨ ਕਰਕੇ ਬਹਿ ਜਾ ਬਸ। ਇਹਦੀ ਮਹੱਤਤਾ ਇਹ ਹੈ ਕਿ ਕਿੰਨੇ ਪਾਵਰਫੁਲ ਸੀਗੇ ਉਹ, ਤੇ ਸਿੱਖ ਵੀ ਸੀਗੇ ਵਿਦਵਾਨ, ਜਿਹੜੇ ਉਹ ਸਵਾਮੀ ਰਾਮ ਦੇ ਨਾਲ ਖੜੇ। ਅਤੇ ਰਤਵਾੜਾ ਸਾਹਿਬ ਦਾ ਜਿਹੜਾ ਅੱਡਾ ਬਣਿਆ ਚੰਡੀਗੜ੍ਹ ਦੇ ਬਿਲਕੁਲ ਗੁਆਂਢ 'ਚ, ਜਿੱਥੇ ਬਹੁਤ ਵੱਡਾ ਹੁਣ ਸੈਂਟਰ ਬਣ ਗਿਆ, ਉਹ ਸਵਾਮੀ ਰਾਮ ਨੇ ਅਤੇ ਕ੍ਰਿਡ ਨੇ ਇਹ ਰਲ ਕੇ ਉਦੋਂ ਇਸਟੈਬਲਿਸ਼ ਕੀਤਾ। ਸੋ ਇਹ ਇੱਕ ਸਕੀਮ ਅਧੀਨ ਉਹ ਕੇਂਦਰ ਸਥਾਪਿਤ ਉੱਥੇ ਹੋਇਆ ਚੰਡੀਗੜ੍ਹ ਦੇ ਵਿੱਚ। ਆਊਟਵਾਰਡਲੀ ਧਾਰਮਿਕ ਹੈ, ਧਰਮ ਦਾ ਪ੍ਰਚਾਰ ਹੋ ਰਿਹਾ ਹੈ, ਪਰ ਅੰਦਰੋਂ ਕਿਤੇ ਧੰਦਾਂ ਹੋਰ ਜੁੜੀਆਂ ਹੋਈਆਂ। ਸੋ ਇਹੋ ਜਿਹੀਆਂ ਕਹਾਣੀਆਂ ਤਾਂ ਪਤਾ ਨਹੀਂ ਹੋਰ ਕਿੰਨੀਆਂ ਖੁੱਲ੍ਹਣਗੀਆਂ। ਮੈਂ ਤਾਂ ਇੱਕ ਬੰਦੇ ਦੀ ਕਿੰਨੀ ਕੁ ਸਮਰੱਥਾ ਹੈ ਵੀ ਜਿੰਨੀਆਂ ਗੱਲਾਂ ਦਾ ਪਤਾ ਲੱਗਿਆ ਉਹ ਕਿਤਾਬ 'ਚ ਲਿਆਂਦੀਆਂ, ਪਰ ਜਦੋਂ ਇਹ ਉੱਧੜਨਾ ਸਾਰਾ ਕੁਛ ਕਿਤੇ, ਤੇ ਹੋਰ ਇਹੋ ਜਿਹਾ ਕੁਛ ਬੜਾ ਕੁਛ ਉੱਧੜੂਗਾ। ਸਿੱਖਾਂ ਦੀਆਂ ਕੁਝ ਰਿਵਾਇਤਾਂ, ਜਿਵੇਂ ਸਿੱਖਾਂ ਵੱਲੋਂ ਆਪਣੇ ਧਰਮ ਦੇ ਪ੍ਰਤੀ ਸੰਵੇਦਨਸ਼ੀਲ ਹੋਣਾ, ਸਿੱਖਾਂ ਦਾ ਨਿਆਰਾਪਣ, ਸ਼੍ਰੀ ਅਕਾਲ ਤਖਤ ਸਾਹਿਬ ਦਾ ਧਰਮ ਅਤੇ ਰਾਜਨੀਤੀ ਦਾ ਫਲਸਫਾ, ਇਹ ਸਾਰੀਆਂ ਗੱਲਾਂ ਵਿਰੋਧੀਆਂ ਨੂੰ ਸ਼ੁਰੂ ਤੋਂ ਹੀ ਰੜਕਦੀਆਂ ਰਹੀਆਂ। ਸਿੱਖ ਵਿਦਵਾਨਾਂ ਦਾ ਮੰਨਣਾ ਹੈ ਕਿ ਕ੍ਰਿਡ ਨਾਮੀ ਸੰਸਥਾ ਰਾਹੀਂ ਇਹਨਾਂ ਸਿਧਾਂਤਾਂ ਨੂੰ ਖਤਮ ਕਰਨ ਦੇ ਲਈ ਕੰਮ ਕੀਤਾ ਗਿਆ। ਤੁਸੀਂ ਕਹੋਗੇ ਕਿ ਉਹ ਕਿਵੇਂ, ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪਿਛਲੇ 35-40 ਸਾਲਾਂ ਵਿੱਚ ਸਿੱਖਾਂ ਦੇ ਦਿਮਾਗਾਂ ਨੂੰ ਕੰਟਰੋਲ ਕਰਨ ਦੇ ਲਈ ਕੰਮ ਕੀਤਾ ਗਿਆ। ਜਿਵੇਂ ਸਿੱਖ ਪਛਾਣ ਤੋਂ ਭਾਰਤੀ ਪਛਾਣ, ਪੰਥਕ ਜਜ਼ਬੇ ਦੀ ਜਗ੍ਹਾ ਤੇ ਰਾਸ਼ਟਰੀ ਜਜ਼ਬਾ, ਸਿੱਖਾਂ ਦੇ ਨਿਆਰੇਪਨ ਨੂੰ ਖਤਮ ਕੀਤਾ ਗਿਆ। ਸਿੱਖ ਹਮੇਸ਼ਾ ਹੀ ਆਪਣੇ ਇਤਿਹਾਸ ਅਤੇ ਰਵਾਇਤਾਂ 'ਤੇ ਮਾਣ ਕਰਦਾ ਸੀ, ਪਰ ਅੱਜ ਸਵਾਲ ਕਰਦਾ ਹੈ। ਯੋਧਿਆਂ ਦੀ ਕੌਮ ਨੂੰ ਨਚਾਰਾਂ ਦੀ ਕੌਮ ਬਣਾ ਦਿੱਤਾ ਗਿਆ। 1978 ਇੱਕ ਵਾਟਰਸ਼ੈਡ ਮਾਰਕ ਬਣਦਾ ਹੈ ਕਿ ਉਦੋਂ ਹੀ ਸਿੱਖ ਜਿਹੜਾ ਹੈਗਾ ਅਪਸਾਰੀ ਸ਼ੁਰੂ ਹੁੰਦਾ ਹੈ, ਅਤੇ ਉਦੋਂ ਤੋਂ ਸਕੀਮਾਂ ਵੀ ਇਹਨਾਂ ਨੂੰ ਹਾਊ ਟੂ ਕੰਟਰੋਲ। ਸੋ ਉਹਦੇ 'ਚ ਇਹ ਸੀ ਕਿ ਜਿਹੜਾ ਪੰਜਾਬ ਦਾ ਇੰਟਲੈਕਟ ਹੈ, ਇੰਟੈਲੀਜੈਂਸੀ ਹੈ, ਉਹਨੂੰ ਕੰਟਰੋਲ ਕਿਵੇਂ ਤਿਆਰ ਕੀਤਾ ਜਾਵੇ। ਸੋ ਇਹ ਕ੍ਰਿਡ ਦੇਖਣ ਨੂੰ ਜਿਹੜਾ ਦਾ ਨਾਂ ਸੀ ਤਾਂ ਇਹ ਇੱਕ ਖੋਜ ਸੰਸਥਾ, ਸੈਂਟਰ ਫਾਰ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ, ਵੀ ਉਹ ਰਿਸਰਚ ਦਾ ਇੱਕ ਜਿਵੇਂ ਹੋਊਗਾ। ਅਤੇ ਪਰ ਉਹਨਾਂ ਨੇ ਕੋਈ ਆਪਦੀ ਕਹਿੰਦੇ ਅਸੀਂ ਅਲੱਗ ਯੂਨੀਵਰਸਿਟੀ ਨਹੀਂ ਬਣਾਉਣੀ, ਜਿੰਨੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਉਹਨਾਂ ਨਾਲ ਇਹ ਕਰਕੇ ਕੋਆਰਡੀਨੇਟ ਕਰਕੇ ਅਸੀਂ ਆਹ ਖੇਤਰਾਂ 'ਚ ਸਟੱਡੀ ਕਰਾਉਣੀ ਹੈ, ਕਹਿਣ ਨੂੰ ਇਹ ਸੀ। ਸੋ ਐਕਚੁਅਲੀ ਉਹਦਾ ਜਿਹੜਾ ਪਿੱਛੇ ਪੋਲੀਟੀਕਲ ਏਜੰਡਾ ਸੀ ਉਹ ਇਹ ਸੀ ਕਿ ਪੰਜਾਬ ਦੇ ਇੰਟਲੈਕਟ ਨੂੰ ਕੰਟਰੋਲ ਕਰਨਾ ਅਤੇ ਯੂਜ਼ ਕਰਨਾ ਇੱਕ ਖਾਸ ਮਕਸਦ ਵਾਸਤੇ। ਉਹ ਫਿਰ ਮੈਂ ਕਿਤਾਬ 'ਚ ਵੀ ਦੱਸਿਆ ਵੀ ਉਹ ਕਿੰਨਾ ਪਾਵਰਫੁੱਲ ਬਣ ਗਿਆ ਸੀ, ਕਿਉਂਕਿ ਸੈਂਟਰਲ ਗੌਰਮੈਂਟ ਦੀ ਥਾਪੜਾ ਸੀ। ਅਤੇ ਉਹਦੇ ਵਿੱਚ ਜਿਹੜਾ ਟ੍ਰਿਬਿਊਨ ਅਖਬਾਰ ਹੈ, ਟੋਟਲ ਉਹਦਾ ਐਡੀਟਰ ਕੌਣ ਹੋਊ, ਉਹ ਸਾਰੇ ਡਿਸਾਈਡ ਉੱਥੋਂ ਹੁੰਦਾ ਸੀ। ਕਿਹੜੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਕਿਹੜਾ ਹੋਊ, ਇਹ ਕ੍ਰਿਡ ਵੱਲੋਂ ਫੈਸਲਾ ਹੁੰਦਾ ਸੀ। ਅਤੇ ਉਹ ਜਿਹੜਾ ਰਛਪਾਲ ਮਲਹੋਤਰਾ ਸੀ ਉਹਦਾ ਡਾਇਰੈਕਟਰ, ਉਹ ਫੈਸਲਾ ਕਰਦਾ ਸੀ ਕਿ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਕਿਹਨੂੰ ਲਾਉਣਾ ਹੈ, ਪੰਜਾਬੀ ਯੂਨੀਵਰਸਿਟੀ ਦਾ ਕਿਹਨੂੰ ਲਾਉਣਾ ਹੈ। ਅਤੇ ਇਕੱਲਾ ਵਾਈਸ ਚਾਂਸਲਰ ਨਹੀਂ, ਇੰਪੋਰਟੈਂਟ ਡਿਪਾਰਟਮੈਂਟ ਜਿੱਥੇ ਕੰਮ ਹੋਣਾ ਹੈ, ਰਿਲੀਜੀਅਸ ਸਟੱਡੀਜ਼, ਹਿਸਟਰੀ, ਸੋਸ਼ਿਆਲੋਜੀ, ਜਿਹੜੇ ਇਸ ਤਰ੍ਹਾਂ ਦੇ ਖੇਤਰ ਨੇ, ਉੱਥੇ ਕਿਹੜੇ ਬੰਦੇ ਹੈੱਡ ਹੋਣ, ਅਪੁਆਇੰਟਮੈਂਟਸ। ਸੋ ਮੀਡੀਆ ਅਤੇ ਐਜੂਕੇਸ਼ਨ,
ਇਹ ਦੋ ਉਹਨਾਂ ਨੇ ਆਪਦੀ ਮੁੱਠੀ 'ਚ ਲਏ। ਉਹਦਾ ਰੰਗ ਉਗੜਿਆ ਲਹਿਰ ਵੇਲੇ, ਜੋ ਰੋਲ ਪਲੇ ਕੀਤਾ ਯੂਨੀਵਰਸਿਟੀਆਂ ਨੇ ਤੇ ਟੋਟਲ ਮੀਡੀਆ ਨੇ। ਸੋ ਉਹਨੇ ਇਹ ਕੰਮ ਗਰਾਊਂਡ 1978 ਤੋਂ ਸ਼ੁਰੂ ਕਰਕੇ ਇਹ ਕੰਮ ਕਰਨਾ ਸ਼ੁਰੂ ਕਰਤਾ ਸੀ। ਸੋ ਕਿਸੇ ਨੂੰ ਪਤਾ ਨਹੀਂ ਸੀ ਨਾ ਐਸੀ ਵੀ ਜਿਵੇਂ ਕੋਈ ਖੋਜ ਸੰਸਥਾ ਹੀ ਹੈ। ਇਹ ਤਾਂ ਫਿਰ ਕੁਦਰਤੀ ਜਦੋਂ ਨਿਝਾਵਣ ਨਾਲ ਰੌਲਾ ਪੈ ਗਿਆ, ਉਹ ਫਿਰ ਆਪਸੀ ਕਲੇਸ਼ ਤੋਂ ਬਿਨਾਂ ਅੰਦਰਲੀਆਂ ਕਹਾਣੀਆਂ ਆਉਂਦੀਆਂ ਨਹੀਂ ਹੁੰਦੀਆਂ ਲੋਕਾਂ ਕੋਲੇ। ਜੋ ਸਾਜ਼ਿਸ਼ਾਂ ਹੁੰਦੀਆਂ ਉਹ ਬੇਪਰਦ ਉਦੋਂ ਹੁੰਦੀਆਂ ਜਦੋਂ ਘਰ 'ਚ ਕਲੇਸ਼ ਪੈਂਦਾ। ਇਹ ਤਾਂ ਫਾਰਚੂਨੇਟਲੀ ਸ਼ੁਕਰ ਕਰੋ ਉਹਨਾਂ ਦੇ ਘਰ 'ਚ ਕਲੇਸ਼ ਪੈ ਗਿਆ। ਖੱਬੇ ਪੱਖੀ ਵਿਦਵਾਨਾਂ ਵੱਲੋਂ ਸਿੱਖ ਸੰਘਰਸ਼ ਦੇ ਖਿਲਾਫ ਵੱਡੇ ਪੱਧਰ ਤੇ ਲਹਿਰ ਚਲਾਈ ਗਈ। ਸਿੱਖ ਸੰਘਰਸ਼ ਨੂੰ ਭੰਡਣ ਲਈ ਅਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਬਹੁਤ ਸਾਰੇ ਲੇਖ, ਬਹੁਤ ਸਾਰੇ ਕਿਤਾਬਚੇ ਲਿਖੇ ਗਏ, ਸੈਮੀਨਾਰ ਕਰਵਾਏ ਗਏ। ਜਦੋਂ ਅਸੀਂ ਕਮਿਊਨਿਸਟ ਵਿਚਾਰਧਾਰਾ ਦੀ ਪੜਚੋਲ ਕਰਦੇ ਹਾਂ ਤੇ ਪਤਾ ਲੱਗਦਾ ਹੈ ਕਿ ਇਹ ਵਿਚਾਰਧਾਰਾ ਮਜ਼ਲੂਮ ਦੇ ਨਾਲ ਖੜੀ ਹੁੰਦੀ ਹੈ, ਪਰ ਪੰਜਾਬ ਦੇ ਵਿੱਚ ਇਹ ਵਿਚਾਰਧਾਰਾ ਸਰਕਾਰ ਦੇ ਨਾਲ ਖੜੀ ਸੀ। ਦੇਖੋ, ਜ਼ਿੰਮੇਵਾਰੀ ਤਾਂ ਜੇ ਆਪਾਂ ਦੇਖੀਏ, ਜਿਹੜਾ ਮਾਰਕਸਵਾਦ ਹੈ ਉਹ ਇੱਕ ਮਜ਼ਲੂਮ ਵਰਗ ਦਾ ਫਲਸਫਾ ਹੈ। ਮਤਲਬ ਲੌਜੀਕਲੀ ਤਾਂ ਇਹ ਹੈ ਕਿ ਜੋ ਵੀ ਬੰਦਾ ਮਾਰਕਸਿਸਟ ਹੋ, ਉਹ ਜਿਹੜੇ ਸੈਕਸ਼ਨ 'ਤੇ ਜ਼ੁਲਮ ਹੋ ਰਿਹਾ ਹੈ ਉਹ ਉਹਦਾ ਪੱਖ ਲਊਗਾ, ਜ਼ਾਲਮ ਦਾ ਨਹੀਂ। ਆਈਡਲੀ ਜੇ ਦੇਖੀਏ ਆਦਰਸ਼ਕ ਤੌਰ 'ਤੇ, ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ। ਸੋ ਪੰਜਾਬ ਦੇ ਵਿੱਚ ਜਿਹੜਾ ਲੈਫਟ ਸੀਗਾ ਉਹਦਾ ਵੱਡਾ ਹਿੱਸਾ, ਬਹੁਤ ਵੱਡਾ ਹਿੱਸਾ, ਉਹ ਸਿੱਖ ਸੰਘਰਸ਼ ਦੇ ਖਿਲਾਫ ਚੱਲਿਆ ਤੇ ਸਿੱਖਾਂ ਪ੍ਰਤੀ ਸਿੰਪੈਥੈਟਿਕ ਨਹੀਂ ਹੋਇਆ। ਉਹ ਥੋੜ੍ਹੇ ਹੋਏ ਬੰਦੇ ਹੋਏ, ਕੁਛ ਇੰਟਲੈਕਚੁਅਲ ਲੈਫਟ, ਜਿਵੇਂ ਆਪਣੇ ਪ੍ਰੀਤਮ ਸਿੰਘ ਜਿਹੜੇ ਅੱਜ ਐਕਸਪੋਰਟ 'ਚ ਨੇ, ਇਹਨਾਂ ਨੇ ਉਹਨੂੰ ਵਾਹਵਾ ਲੇਖ ਲਿਖੇ ਤੇ ਇਹਨਾਂ ਨੇ ਇੱਕ ਓਪਨ ਪੋਜੀਸ਼ਨ ਲਈ ਵੀ ਅਸੀਂ ਇੰਡੀਅਨ ਸਟੇਟ ਨਾਲ ਨਹੀਂ ਖੜਨਾ ਬਸ। ਤੇ ਇਹਨਾਂ ਨੇ ਹੀ ਦੇ ਟਰਾਈ ਟੂ ਅੰਡਰਸਟੈਂਡ ਦੀ ਵੀ ਜਿਹੜੀ ਸਾਰੀ ਇਹ ਮਸਲਾ ਕੀ ਹੈ ਉਹਨੂੰ ਆਪਦੇ ਇੱਕ ਦ੍ਰਿਸ਼ਟੀਕੋਣ ਤੋਂ ਐਕਸਪਲੇਨ ਕਰਨ ਦਾ। ਇਹਨਾਂ ਦਾ ਨਾਮ ਮੈਂ ਤਾਂ ਲੈਤਾ, ਮਤਲਬ ਤੁਸੀਂ ਜਾਣਦੇ ਹੋ, ਇਸ ਤਰ੍ਹਾਂ ਦਾ ਮਤਲਬ ਨਾ 8-10 ਬੰਦਿਆਂ ਦਾ ਸੀ ਇੱਕ ਗਰੁੱਪ ਜਿਹੜੇ ਤਕੜੇ ਸੀਗੇ ਇੰਟਲੈਕਚੁਅਲ। ਤੇ ਪਰ ਫਿਰ ਉਹਨਾਂ ਨੇ ਆਪਣਾ ਕ੍ਰਿਡ ਵੱਲੋਂ ਐਫਰਟਸ ਹੋਈਆਂ, ਉਹਨਾਂ ਨੇ ਫਿਰ ਮੋਬਿਲਾਈਜ਼ ਕੀਤੇ, ਜਿਹਦੇ 'ਚੋਂ ਗੁਰਸ਼ਰਨ ਸਿੰਘ ਜਿਹੜਾ ਨਾਟਕਕਾਰ ਸੀ, ਮੰਨਾ, ਭਾਈ ਮੰਨਾ ਸਿੰਘ ਜਿਹਨੂੰ ਕਹਿੰਦੇ ਹੁੰਦੇ ਸੀਗੇ ਜੀ, ਉਹਨੂੰ ਫਿਰ ਉਹਨਾਂ ਨੇ ਅੱਗੇ ਲਾਇਆ ਸ਼ਿੰਗਾਰ ਕੇ। ਫਿਰ ਉਹਨਾਂ ਨੇ ਇੱਕ ਪੂਰੀ ਮੁਹਿੰਮ ਚਲਾਈ ਪੰਜਾਬ ਦੇ ਵਿੱਚ ਪ੍ਰਚਾਰ ਦੀ ਲੈਵਲ ਦੇ ਉੱਤੇ ਸਿੱਖ ਸੰਘਰਸ਼ ਦੇ ਖਿਲਾਫ। ਸੋ ਇਹ ਇੱਕ ਰੋਲ ਜਿਹੜਾ ਹੈਗਾ ਖੱਬੇ ਪੱਖੀ ਤਾਕਤਾਂ ਨੇ ਤੇ ਖੱਬੇ ਪੱਖੀ ਵਿਦਵਾਨਾਂ ਨੇ ਬਹੁਤ ਕੁਝ ਲਿਖਿਆ, ਕਿਉਂਕਿ ਪੱਤਰਕਾਰੀ 'ਚ ਉਹ ਉੱਪਰ ਬੈਠੇ ਸੀ, ਸੰਪਾਦਕਾਂ ਤੱਕ, ਯੂਨੀਵਰਸਿਟੀਆਂ 'ਚ ਉਹ ਬੈਠੇ ਸੀਗੇ, ਸਾਰੀਆਂ ਇਹੀਆਂ ਥਾਵਾਂ 'ਤੇ ਬੈਠੇ ਸੀਗੇ। ਸੋ ਉਹ ਉਹਨਾਂ ਦੀ ਜਿਹੜੀ ਬਹੁਤ ਹੀ ਨਕਾਰਾਤਮਕ ਭੂਮਿਕਾ ਹੈ ਉਸ ਪੀੜ ਦੇ ਵਿੱਚ ਜਿਹੜੀ ਉਹਨਾਂ ਨੇ ਨਿਭਾਈ, ਤੇ ਉਹਦਾ ਕਾਰਨ ਇਹ ਬਣਿਆ ਮੇਰੇ ਖਿਆਲ 'ਚ ਕਿ ਜਿਹੜਾ ਪੰਜਾਬ ਦਾ ਕਮਿਊਨਿਸਟ ਹੈ ਨਾ ਜੀ, ਉਹਦਾ ਬਾਕੀ ਹਿੰਦੁਸਤਾਨ ਦੇ ਕਮਿਊਨਿਸਟਾਂ ਨਾਲ ਇੱਕ ਫਰਕ ਹੈ। ਜਿਹੜਾ ਬੰਗਾਲੀ ਕਮਿਊਨਿਸਟ ਹੈ ਉਹਨੂੰ ਬੰਗਾਲ ਦੇ ਵਿੱਚ ਲੋਕਾਂ ਦੇ ਧਾਰਮਿਕ ਹੋਣ ਨਾਲ ਕੋਈ ਟਰਬਲ ਵੱਡੀ ਖੜੀ ਨਹੀਂ ਹੁੰਦੀ। ਉਹ ਆਪ ਦੁਰਗਾ ਪੂਜਾ 'ਚ ਹਿੱਸਾ ਲੈਂਦੇ ਹੈ। ਇਹ ਪ੍ਰੋਬਲਮ ਪੰਜਾਬ ਦੇ ਕਮਿਊਨਿਸਟ ਨੂੰ ਹੈ, ਧਰਮ ਤੋਂ ਅਲਰਜੀ। ਉਹਦਾ ਕਾਰਨ ਇਹ ਹੈ ਕਿ ਬੰਗਾਲੀ ਕਮਿਊਨਿਸਟ ਨੂੰ ਧਰਮ ਚੈਲੰਜ ਕੋਈ ਨਹੀਂ, ਪੰਜਾਬੀ ਕਮਿਊਨਿਸਟ ਨੂੰ ਸਿੱਖ ਧਰਮ ਚੈਲੰਜ ਹੈ ਕਿ ਤੁਹਾਡੇ ਨਾਲੋਂ ਵੱਡਾ ਫਲਸਫਾ ਇਸ ਲੜਾਈ ਨੂੰ ਕਿਤੇ ਬਿਹਤਰ ਢੰਗ ਨਾਲ ਅੱਗੇ ਲਿਜਾਣ ਵਾਸਤੇ ਪਿਆ ਹੈ। ਉਹ ਸ਼ਰੀਕਾ ਹੈ ਕਿ ਜੇ ਇਹਨੂੰ ਨਹੀਂ ਬਣਦੇ ਸਾਡੇ ਫਲਸਫੇ ਦੀ ਜੜ ਨਹੀਂ ਲੱਗਣੀ। ਇਹ ਸ਼ਰੀਕਾ ਬਾਕੀ ਥਾਵਾਂ 'ਤੇ ਨਹੀਂ। ਮੈਂ ਦੇਖਿਆ 1984 ਤੋਂ ਬਾਅਦ ਮੈਂ ਇੱਕ ਗੇੜਾ ਕੱਢਿਆ ਜੀ ਹਿੰਦੁਸਤਾਨ ਦੇ ਵਿੱਚ, ਤੁਸੀਂ ਹੈਰਾਨ ਹੋਵੋਗੇ, ਹੈਦਰਾਬਾਦ ਦੇ ਵਿੱਚ ਨਾਰੇ ਕੰਧਾਂ 'ਤੇ ਲਿਖੇ ਪਏ, ਰੈੱਡ ਸਲੂਟ ਟੂ ਭਿੰਡਰਾਂ ਵਾਲੇ। ਲੋਕ ਭਿੰਡਰਾਂ ਵਾਲੇ ਨੂੰ ਕਮਿਊਨਿਸਟ ਆਪਦਾ ਹੀਰੋ ਦੇਖ ਰਹੇ ਸੀ। ਉਹਨੂੰ ਇਹ ਸੀ ਕਿ ਹਿੰਦੁਸਤਾਨ ਦੀ ਹਕੂਮਤ ਦੀਆਂ ਕਿਰਾਂ ਭੂਤਨੀਆਂ ਭੁਲਾਤੀਆਂ। ਉਹਨਾਂ ਦੇ ਮਨਾਂ 'ਚ ਉਹਦਾ ਇੱਕ ਹੀਰੋ, ਇੱਕ ਇਮੇਜ ਬਣ ਗਿਆ ਸੀ। ਇਹ ਉਹਨੂੰ ਵਿਲੀਅਨ ਦੇਖ ਰਹੇ ਸੀ। ਜਦੋਂ ਮੈਂ ਉਹਨਾਂ ਨੂੰ ਜਾ ਕੇ ਗੱਲਾਂ ਸੁਣਾਈਆਂ ਉੱਥੇ ਵੀ ਤੁਹਾਡੇ ਪੰਜਾਬ ਵਾਲੇ ਕਾਮਰੇਡ ਤਾਂ ਇਹ ਕਹਿੰਦੇ, ਉਹਨੂੰ ਐਂ ਲੱਗੇ ਵੀ ਸੱਚੀ ਗੱਲ ਹੈ, ਉਹਨਾਂ ਨੂੰ ਯਕੀਨ ਨਹੀਂ ਸੀ ਆਉਂਦਾ।
ਸੋ ਇਹ ਸਾਨੂੰ ਸਮਝਣਾ ਚਾਹੀਦਾ ਵੀ ਜਿਹੜਾ ਪੰਜਾਬੀ ਕਮਿਊਨਿਸਟ ਹੈ ਨਾ, ਉਹਦੀ ਇੱਕ ਮਰਜ਼ ਹੈ। ਉਹਨੂੰ ਇਹ ਲੱਗਦਾ ਵੀ ਸਿੱਖ ਫਲਸਫੇ ਨੂੰ ਭੰਨੇ ਬਗੈਰ ਅਸੀਂ ਅੱਗੇ ਨਹੀਂ ਵੱਧ ਸਕਦੇ। ਸਾਡਾ ਇਹ ਸ਼ਰੀਕ ਹੈ, ਕਿਤੇ ਵੀ ਸਾਡੇ ਵੱਲ ਨੂੰ ਲੋਕ ਨਹੀਂ ਆਉਣਗੇ, ਇਹਨਾਂ ਵੱਲ ਨੂੰ ਜਾਂਦੇ ਨੇ। ਹੈ ਵੀ ਮਲ ਜਿਹਦੇ ਕੋਲ ਹੁਣ ਬੰਗਾਲ ਦੇ ਵਿੱਚ ਹਿੰਦੂ ਧਰਮ ਦੀਆਂ ਕੀ ਰਵਾਇਤਾਂ ਜੀ ਤੋਂ ਕਮਿਊਨਿਸਟਾਂ ਨੂੰ ਕੋਈ ਖਤਰਾ ਹੋਵੇ ਵੀ ਲੜਨ ਵਾਸਤੇ ਕੋਈ ਬਹੁਤ ਵੱਡੇ ਉਹਨਾਂ ਕੋਲੇ ਕੋਈ ਹੀਰੋ ਪਏ ਹੋਣ ਆਪਦੇ ਧਰਮ ਦੇ, ਕੁਛ ਵੀ ਨਹੀਂ, ਬਲੈਂਕ ਹੈ, ਪਿੰਡ ਖਾਲੀ ਪਿਆ। ਇੱਥੇ ਪਿੰਡ ਪਿੰਡ ਤੁਸੀਂ ਆਪਣੇ ਤਾਂ ਸ਼ਹੀਦੀਆਂ ਦਾ ਮਤਲਬ ਚੱਪੇ ਚੱਪੇ 'ਤੇ ਸ਼ਹੀਦ ਐਡੇ ਐਡੇ ਖੜੇ ਨੇ, ਅਤੇ ਉਹਨਾਂ ਸਾਹਮਣੇ ਆਹ ਦੇਸ਼ ਦੀਆਂ ਆਜ਼ਾਦੀਆਂ ਵਾਲੇ ਸ਼ਹੀਦ ਇਹ ਤਾਂ ਬਹੁਤ ਛੋਟੇ ਲੱਗਦੇ ਆ। ਉਹ ਦੇਸ਼ਾਂ ਵਾਸਤੇ ਨਹੀਂ ਲੜੇ, ਉਹ ਤਾਂ ਬਹੁਤ ਵੱਡੇ ਕਾਜ ਵਾਸਤੇ ਲੜੇ। ਇੱਕ ਤੋਂ ਵੱਧ ਮਾਂ ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ, ਭਾਈ ਮਣੀ ਸਿੰਘ, ਕਿਹਦੇ ਆਪਾਂ ਕੋਈ ਹਿਸਾਬ ਹੀ ਕੋਈ ਨਹੀਂ। ਇਹ ਹੈ ਜੀ ਇਹਨਾਂ ਦਾ ਪ੍ਰੋਬਲਮ। ਇਹ ਹੈ ਕਿਤੇ ਨਾ ਕਿਤੇ ਸ਼ਰੀਕਾ ਹੈ, ਮਤਲਬ ਇੱਕ ਸ਼ਰੀਕੇ ਦੀ ਭਾਵਨਾ ਧਰਮ ਨਾਲ ਚਿੜ ਹੈ। ਉਹ ਚਿੜ 'ਚੋਂ ਫਿਰ ਅੰਦਰ ਡਿਸਟੋਰਸ਼ਨਸ ਆ ਗਈਆਂ। ਮਤਲਬ ਮੇਰਾ ਤਾਂ ਇਹ ਵੀ ਦੇ ਆਰ ਨਾਟ ਨੋਰਮਲ ਨਾਓ, ਬਹੁਤ ਅਬਨੋਰਮੈਲਿਟੀਜ਼ ਆ ਗਈਆਂ ਉਹਨਾਂ ਦੇ ਵਿੱਚ। ਇਹ ਹੈ 19 ਅਗਸਤ 1984 ਨੂੰ ਪੰਜਾਬ ਦੀਆਂ ਨਕਸਲੀ ਜਥੇਬੰਦੀਆਂ ਨੇ ਦੇਸ਼ ਭਗਤ ਹਾਲ ਜਲੰਧਰ 'ਚ ਇੱਕ ਕਨਵੈਨਸ਼ਨ ਬੁਲਾਈ, ਜਿਸ ਵਿੱਚ ਜ਼ਿਆਦਾਤਰ ਬੁਲਾਰਿਆਂ ਨੇ ਸੰਤ ਜਰਨੈਲ ਸਿੰਘ ਅਤੇ ਅਕਾਲੀ ਪਾਰਟੀ ਦੀਆਂ ਨੀਤੀਆਂ ਨੂੰ ਫਿਰਕੂ ਗਰਦਾਨਿਆ। ਪਰ ਉੱਥੇ ਰੋਚਕ ਗੱਲ ਇਹ ਵਾਪਰੀ ਕਿ ਉਹਨਾਂ ਨੇ ਭਾਰਤੀ ਹਾਕਮਾਂ ਦੀਆਂ ਨੀਤੀਆਂ, ਖਾਸ ਕਰਕੇ ਦਰਬਾਰ ਸਾਹਿਬ ਦੇ ਹਮਲੇ ਦਾ ਵਿਰੋਧ ਕੀਤਾ। ਕ੍ਰਿਡ ਨੇ ਇਹਨਾਂ ਵਿਦਵਾਨਾਂ ਨੂੰ ਦਰੁਸਤ ਕਰਨ ਦੇ ਲਈ ਦਰਬਾਰ ਸਾਹਿਬ ਉੱਪਰ ਹਮਲੇ ਨੂੰ ਸਹੀ ਦਰਸਾਇਆ ਤੇ ਸਿੱਖਾਂ ਨੂੰ ਫਿਰਕਾ ਪ੍ਰਸਤ ਐਲਾਨਿਆ। ਕ੍ਰਿਡ ਵੱਲੋਂ 27 ਤੋਂ 29 ਸਤੰਬਰ ਤੱਕ ਫਿਰਕਾ ਪ੍ਰਸਤੀ ਖਿਲਾਫ ਵਿਸ਼ੇਸ਼ ਸੈਮੀਨਾਰ ਕਰਵਾਏ ਗਏ। ਮੁੱਕਦੀ ਗੱਲ, ਕ੍ਰਿਡ ਵੱਲੋਂ ਖੱਬੇ ਪੱਖੀ ਵਿਦਵਾਨਾਂ ਤੇ ਖਾਸ ਧਿਆਨ ਦਿੱਤਾ ਗਿਆ। ਉਹਨਾਂ ਨੂੰ ਸਿੱਖਾਂ ਦੇ ਵਿਰੋਧ ਵਿੱਚ ਭਗਤਾਇਆ ਗਿਆ। ਪ੍ਰੋਫੈਸਰ ਬਿਪਿਨ ਚੰਦਰ ਨੇ ਇਸ ਵਿੱਚ ਖਾਸ ਰੋਲ ਅਦਾ ਕੀਤਾ। ਜਿੱਥੇ ਪੰਜਾਬ ਨਾਲ ਸੰਬੰਧਿਤ ਕੁਝ ਕੁ ਖੱਬੇ ਪੱਖੀ ਵਿਦਵਾਨ ਦਰਬਾਰ ਸਾਹਿਬ ਦੇ ਹਮਲੇ ਦੇ ਵਿਰੁੱਧ ਸਨ, ਉੱਥੇ ਬਿਪਿਨ ਚੰਦਰ ਨੇ ਕਿਹਾ ਕਿ ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਜਦੋਂ ਫਿਰਕੂ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਟੇਟ ਦੀ ਜਵਾਬੀ ਹਿੰਸਾ ਜ਼ਰੂਰੀ ਹੋ ਜਾਂਦੀ ਹੈ। ਪਿਛਲੇ 1.5 ਸਾਲ ਤੋਂ ਪੰਜਾਬ ਅੰਦਰ ਪੈਦਾ ਹੋਏ ਹਾਲਾਤਾਂ ਤੇ ਸਵਾਲ ਇਹ ਨਹੀਂ ਕਿ ਸਰਕਾਰ ਨੇ ਹਿੰਸਾ ਦਾ ਰਾਹ ਕਿਉਂ ਚੁਣਿਆ, ਬਲਕਿ ਇਤਰਾਜ਼ ਇਹ ਹੋਣਾ ਚਾਹੀਦਾ ਹੈ ਕਿ ਸਰਕਾਰ ਇੰਨਾ ਲੰਬਾ ਚਿਰ ਕੀ ਕਰਦੀ ਰਹੀ। ਇੱਥੇ ਹੀ ਬਸ ਨਹੀਂ, ਉਸਨੇ ਸਰਕਾਰ ਨੂੰ ਵੀ ਨੇਕ ਮਸ਼ਵਰਾ ਦਿੱਤਾ ਤੇ ਕਿਹਾ ਕਿ ਸਿੱਖ ਸੰਘਰਸ਼ ਦੀ ਖੁੱਲ੍ਹ ਕੇ ਹਮਾਇਤ ਕਰਨ ਦੀ ਗੁਸਤਾਖੀ ਕਰਨ ਵਾਲੇ ਸਿੱਖ ਵਿਦਵਾਨਾਂ ਨੂੰ ਦੁਸ਼ਮਣ ਮੰਨ ਕੇ ਉਹਨਾਂ ਨਾਲ ਕਰਾਰੇ ਹੱਥੀਂ ਨਿਪਟਿਆ ਜਾਵੇ। ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਅੱਜ ਇਹ ਸਵਾਲ ਹੋਵੇਗਾ ਕਿ ਅਸੀਂ ਇਸ ਸਾਰੇ ਵਿੱਚ ਬਹੁਤ ਕੁਝ ਗਵਾਇਆ। ਅੱਜ ਵੀ ਆਪਣੇ ਆਪ ਨੂੰ ਪੜ੍ਹੇ ਲਿਖੇ ਪ੍ਰਚਾਰਕ ਕਹਾਉਂਦੇ ਵੀਰਾਂ ਵੱਲੋਂ ਸਟੇਜਾਂ ਉੱਪਰ ਇਹ ਕਿਹਾ ਜਾਂਦਾ ਹੈ ਕਿ ਅਸੀਂ ਆਪਣਾ ਇੰਨਾ ਨੁਕਸਾਨ ਕਰਵਾ ਲਿਆ ਪਰ ਪ੍ਰਾਪਤੀ ਕੁਝ ਵੀ ਨਹੀਂ। ਇਹ ਬਿਲਕੁਲ ਠੀਕ ਹੈ ਕਿ ਸਾਨੂੰ ਸਰੀਰਕ ਨੁਕਸਾਨ ਤੇ ਦਿਖਦਾ ਹੈ, ਪਰ ਕਈ ਵਾਰ ਜ਼ਮੀਰਾਂ ਜਾਗਦੀਆਂ ਰੱਖਣ ਲਈ ਸਰੀਰਕ ਨੁਕਸਾਨ ਦੀ ਕੀਮਤ ਚੁਕਾਉਣੀ ਵਧੇਰੇ ਠੀਕ ਹੁੰਦੀ ਹੈ। ਕਦੇ ਸੰਤ ਜਰਨੈਲ ਸਿੰਘ ਹੁਣੀ ਕਿਹਾ ਕਰਦੇ ਸੀ ਕਿ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਸਮਝਦਾ, ਪਰ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ, ਕਿਉਂਕਿ ਜ਼ਮੀਰ ਦੀ ਮੌਤ ਸਰੀਰ ਦੀ ਮੌਤ ਨਾਲੋਂ ਕਿਤੇ ਵਧੇਰੇ ਖਤਰਨਾਕ ਹੁੰਦੀ ਹੈ। ਜਿਹੜਾ ਖੱਟੇ ਗੋਏ ਦੀ ਗੱਲ ਹੁੰਦੀ ਹੈ ਨਾ, ਉਹਦੇ 'ਚ ਦੇਖੋ ਗੱਲ ਇਹ ਹੁੰਦੀ ਹੈ ਵੀ ਇੱਕ ਤਾਂ ਕੁਛ ਚੀਜ਼ਾਂ ਹੁੰਦੀਆਂ ਸਥੂਲ, ਇੱਕ ਸੂਖਮ। ਸਥੂਲ ਜਿਹੜੀਆਂ ਵਿਜੀਬਲ, ਉਹ ਸਾਨੂੰ ਦਿਸੀ ਜਾਂਦਾ ਹੈ। ਸਾਡੇ ਇੰਨੇ ਸਿੰਘ ਸ਼ਹੀਦ ਹੋ ਗਏ, ਸਾਡਾ ਆਹ ਤਬਾਹ ਹੋ ਗਿਆ, ਸਾਡਾ ਆਹ ਖਤਮ ਹੋ ਗਿਆ, ਉਹ ਸਾਨੂੰ ਬਹੁਤ ਵੱਡਾ ਲੱਗ ਰਿਹਾ ਹੈ। ਅੱਛਾ, ਅਸੀਂ ਪ੍ਰਾਪਤੀ ਨੂੰ ਵੀ ਸਥੂਲ ਰੂਪ 'ਚ ਦੇਖਣਾ ਚਾਹੁੰਦੇ ਹਾਂ ਵੀ ਸਾਨੂੰ ਰਾਜ ਮਿਲਿਆ ਕਿ ਨਹੀਂ, ਜਾਂ ਸਾਡੀ ਕੋਈ ਤਾਕਤ ਅਚੀਵ ਕੀਤੀ, ਪੋਲੀਟੀਕਲ ਅਚੀਵਮੈਂਟ ਕੋਈ ਹੋਈ ਕਿ ਨਹੀਂ। ਸੋ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੇਖਣ ਦਾ ਨਜ਼ਰੀਆ ਇਹ ਗਲਤ ਹੈ, ਕਿਉਂਕਿ ਸੰਤ ਜਰਨੈਲ ਸਿੰਘ ਨੇ ਇਹ ਪੋਲੀਟੀਕਲ ਅਚੀਵਮੈਂਟ ਵਾਜ਼ ਨਾਟ ਹਿਜ਼ ਸੈਂਟਰਲ ਆਬਜੈਕਟਿਵ, ਉਹ ਤਾਂ ਉਹਦਾ ਇੱਕ ਕਹਿ ਲਓ ਕਰੋਲਰੀ ਸੀ। ਜਿਸ ਆਬਜੈਕਟਿਵ ਵਾਸਤੇ ਉਹਨੇ ਲੜਾਈ ਲੜੀ, ਸ਼ਹੀਦੀਆਂ ਦਿੱਤੀਆਂ, ਆਪਾਂ ਉੱਥੋਂ ਦੇਖੀਏ ਕੋਈ ਅਚੀਵਮੈਂਟ ਹੋਈ। ਹੁਣ ਦੁਨਿਆਵੀ ਅਰਥਾਂ 'ਚ ਠੀਕ ਹੈ ਕਿ ਕੋਈ ਸਾਨੂੰ ਜਿੱਤ ਨਹੀਂ ਹੋਈ, ਕੋਈ ਪ੍ਰਾਪਤੀ ਨਹੀਂ, ਕੋਈ ਜਥੇਬੰਦੀ ਨਹੀਂ ਦਿਸਦੀ, ਕੁਛ ਨਹੀਂ ਦਿਸਦਾ, ਪਰ ਜਿਹੜਾ ਇੱਕ ਧਰਮ ਵੱਲ ਲੋਕਾਂ ਨੂੰ ਮੋੜਨਾ, ਜਿਹੜੇ ਗਲਤ ਰਾਹ ਪੈ ਗਿਆ ਸੀ ਪੰਜਾਬ ਬਹੁਤ ਉਦੋਂ, ਉਹ ਤੁਸੀਂ ਦੇਖੋ 84 ਤੋਂ ਬਾਅਦ ਹੋਲਾ ਮਹੱਲਾ ਹੋਇਆ ਅਨੰਦਪੁਰ ਸਾਹਿਬ ਦਾ, ਉਹਦੀਆਂ ਤੁਸੀਂ ਰਿਪੋਰਟਾਂ ਖਬਰਾਂ 'ਚ ਦੇਖੋ ਕਿੰਨੇ ਫਿਕਰਮੰਦ ਹੋ ਗਏ ਸੀ। ਉਹ ਕਹਿੰਦੇ ਸੀ ਕੇਸਰੀ ਹੜ੍ਹ ਹੈ ਜਿਵੇਂ ਲੋਕਾਂ ਦਾ ਇਕੱਠ,
ਹਰ ਜਿਹੜਾ ਮਰਦ ਹੈ ਉਹਦੇ ਸਿਰ ਤੇ ਕੇਸਰੀ ਪੱਗ ਹੈ, ਹਰ ਔਰਤ ਦੇ ਸਿਰ ਤੇ ਕੇਸਰੀ ਦੁਪੱਟਾ ਹੈ। ਇੰਨੇ ਜ਼ੁਲਮ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਹੀ ਇਹ ਕੀ ਸੀ? ਇਹ ਇੱਕੋ ਜਜ਼ਬਾ ਸਿੱਖੀ ਦਾ ਜਿਹੜਾ ਮੁਰਝਾ ਗਿਆ ਸੀ ਕੌਮ ਦੇ ਵਿੱਚੋਂ, ਉਹ ਪੈਦਾ ਹੋ ਗਿਆ ਸੀ। ਉਹਦੇ ਚੋਂ ਇੰਨੀ ਲੰਬੀ, ਤੁਸੀਂ ਪਹਿਲਾਂ ਸਵਾਲ ਕੀਤਾ ਸੀ ਕਿ ਬਿਨਾਂ ਵਿਦਵਾਨਾਂ ਤੋਂ ਲੜਾਈ ਕਿਵੇਂ ਲੜ ਗਏ, ਉਹ ਜਜ਼ਬੇ ਨਾਲ ਲੜੇ। ਸੋ ਇਹ ਹੁਣ ਕੋਈ ਛੋਟੀ ਪ੍ਰਾਪਤੀ ਹੈ। ਸੋ ਇਹਨੂੰ ਆਪਾਂ ਉਸ ਰੂਪ 'ਚ ਨਾ ਦੇਖੀਏ ਪੋਲੀਟੀਕਲ ਅਚੀਵਮੈਂਟ ਦੇ ਇੱਕ ਸਥੂਲ ਅਰਥਾਂ ਦੇ ਵਿੱਚ, ਇਹਨੂੰ ਸੂਖਮ ਪੱਧਰ 'ਤੇ ਆਪਾਂ ਦੇਖੀਏ। ਜੇ ਇਹ ਗੱਲ ਨਾ ਹੋਈ ਹੁੰਦੀ ਤਾਂ ਅੱਜ ਜੋ ਹਾਲਤ ਹੋਣੀ ਸੀ, ਮਤਲਬ ਹੁਣ ਸਾਨੂੰ ਲੱਗੀ ਜਾਂਦਾ ਨਾ ਵੀ ਉਹ 'ਚੋਂ ਖੱਟਿਆ ਕਿ ਮੈਂ ਕਹਿੰਦਾ ਵੀ ਜੇ ਉਹ ਲੜਾਈ ਨਾ ਲੜੀ ਗਈ ਹੁੰਦੀ ਫਿਰ ਤੁਸੀਂ ਦੇਖਦੇ ਅੱਜ ਪੰਜਾਬ 'ਚ ਕੀ ਹਾਲਤ ਹੋਣੀ ਸੀ। ਬੰਦਿਆਂ ਨੂੰ ਇੱਕੋ ਪੱਖ ਹੀ ਦਿਖੀ ਜਾਂਦਾ ਵੀ ਨਸ਼ੇ ਬਹੁਤ ਵੱਧ ਗਏ, ਬੇਈਮਾਨੀ ਵੱਧ ਗਈ, ਕ੍ਰਾਈਮ ਵੱਧ ਗਿਆ, ਬੰਦੇ ਮੌਕਾ ਪ੍ਰਸਤ ਹੋ ਗਏ। ਪਰ ਅਜੇ ਵੀ ਇੱਕ ਜਜ਼ਬਾ ਹੈ, ਇੱਕ ਕਰੰਟ ਚੱਲ ਰਿਹਾ। ਉਹ ਧਾਰਾ ਕਿਤੇ ਵੀ 84 ਤੋਂ ਲੈ ਕੇ 78 ਤੋਂ ਲੈ ਕੇ ਉਹ ਕਿਤੇ ਵੀ ਕਦੇ ਦਬ ਗਈ, ਕਦੇ ਉੱਭਰ ਆਈ, ਉਹ ਚੱਲੀ ਜਾ ਰਿਹਾ ਕਰੰਟ। ਉਹ ਕਰੰਟ ਚੱਲੀ ਜਾਵੇ, ਕਦੇ ਇਤਿਹਾਸ 'ਚ ਫਿਰ ਮੌਕਾ ਮਿਲੂ ਅਤੇ ਫਿਰ ਉਹ ਜਿਹੜੀਆਂ ਪ੍ਰਾਪਤੀਆਂ ਅਸੀਂ ਕਹਿੰਦੇ ਹਾਂ ਠੋਸ, ਉਹ ਵੀ ਹੋ ਜਾਣਗੀਆਂ। ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕੋਈ ਧਾਰਾ ਮਰੇ ਨਾ। ਇਹ ਇੰਨਾ ਤੋਂ ਹੀ ਪਤਾ ਲੱਗਦਾ ਸਰਕਾਰ ਕਿੰਨਾ ਘਬਰਾਈ ਤੇ ਡਰੀ ਹੋਈ ਹੈ ਮਾੜੀ ਜੀ ਗੱਲ ਤੋਂ। ਇਹਨਾਂ ਨੂੰ ਪਤਾ ਹੈ ਕਿ ਉਹ ਧਾਰਾ ਮਰੀ ਨਹੀਂ, ਉਹ ਜਜ਼ਬਾ ਮਰਿਆ ਨਹੀਂ। ਸੋ ਇਹ ਸਾਡੀ ਪ੍ਰਾਪਤੀ ਹੈ। 90ਵਿਆਂ ਤੋਂ ਬਾਅਦ ਸਿੱਖ ਸੱਭਿਆਚਾਰ ਨੂੰ ਵੱਡੀ ਢਾਹ ਲਗਾਈ ਗਈ। ਪੰਜਾਬ ਵਿੱਚ ਨੌਜਵਾਨ ਪਤਿਤ ਹੋਣੇ ਸ਼ੁਰੂ ਹੋ ਗਏ, ਨਸ਼ਿਆਂ ਦੇ ਵਿੱਚ ਵੀ ਲੱਗੇ, ਲੱਚਰਤਾ ਵੱਲ ਮੋੜ ਦਿੱਤੇ ਗਏ। ਜੋ ਗਲਤੀਆਂ ਤੋਂ ਸਾਨੂੰ ਗੁਰੂ ਸਾਹਿਬ ਨੇ ਰੋਕਿਆ ਸੀ, ਉਹੀ ਸਿੱਖਾਂ ਦੇ ਵਿੱਚ ਹਾਵੀ ਹੋ ਗਈਆਂ। ਕੀ ਅੱਜ ਸਾਨੂੰ ਕੋਈ ਆਸ ਦੀ ਕਿਰਨ ਦਿਖਦੀ ਹੈ? ਦੇਖੋ, ਉਹਦਾ ਤਾਂ ਦੋ ਤਿੰਨ ਗੱਲਾਂ ਜੀ। ਕੋਈ ਵੀ ਜਿਹੜਾ ਵਰਤਾਰਾ ਹੈ ਨਾ, ਤੁਸੀਂ ਉਹਨੂੰ ਉਹ ਕਿਸ ਵਾਤਾਵਰਨ 'ਚ ਵਾਪਰ ਰਿਹਾ, ਉਹਨੂੰ ਵਾਤਾਵਰਨ ਨੂੰ ਆਪਾਂ ਪਾਸੇ ਨਹੀਂ ਛੱਡ ਸਕਦੇ। ਇੱਕ ਤਾਂ ਇਹ ਹੈ ਕਿ 90 ਤੋਂ ਬਾਅਦ ਜਨਰਲੀ ਕਿ ਜਿਹੜਾ ਮਟੀਰੀਅਲਿਜ਼ਮ ਦਾ ਬੋਲਬਾਲਾ ਦੁਨੀਆ ਪੱਧਰ 'ਤੇ, ਪਦਾਰਥਵਾਦ ਦਾ, ਉਹ ਬਹੁਤ ਹੋ ਗਿਆ। ਬੰਦੇ ਵਾਸਤੇ ਮੋਰਲ ਵੈਲਿਊਜ਼ ਦੀ ਕੋਈ ਕੀਮਤ ਨਹੀਂ ਰਹੇਗੀ, ਪਦਾਰਥ ਹੀ ਸਭ ਕੁਝ ਹੋ ਗਿਆ। ਉੱਥੋਂ ਹੀ ਬੰਦਿਆਂ ਨੂੰ ਦੇਖਿਆ ਜਾਂਦਾ ਕੌਣ ਵਧੀਆ ਕੌਣ ਮਾੜਾ ਹੈ, ਕਿਹਦੇ ਕੋਲੇ ਕੀ ਹੈ। ਸੋ ਇਹ ਜਿਹੜਾ ਪਦਾਰਥਵਾਦ ਇੰਨਾ ਇਕੱਲੇ ਸਾਡੇ ਨਹੀਂ, ਇਹ ਦੁਨੀਆ ਪੱਧਰ 'ਤੇ ਇਹ ਹੋ ਗਿਆ। ਸਰਕਾਰਾਂ ਵੀ ਐਂ ਚੱਲ ਰਹੀਆਂ, ਕੋਈ ਕਿਸੇ ਸਰਕਾਰ ਦਾ ਕੋਈ ਪ੍ਰਿੰਸੀਪਲ ਨਹੀਂ, ਸਿਰਫ ਇਹ ਖੱਟੀ ਕਿੱਥੋਂ ਹੋਊ, ਕਿਹੜੀ ਗੱਲ ਕਰਕੇ। ਸੋ ਇੱਕ ਤਾਂ ਇਹ ਵਾਤਾਵਰਨ ਆ ਓਵਰਆਲ, ਇਸ ਵਾਤਾਵਰਨ ਵਿੱਚ ਦਾ ਅਸਰ ਸਾਡੇ 'ਤੇ ਵੀ ਹੋਇਆ। ਕਿਉਂਕਿ ਜਦੋਂ ਦੇਖੀਏ, ਜਦੋਂ ਕੋਈ ਲੜਾਈ ਹਾਰ ਜਾਂਦਾ ਹੈ ਤਾਂ ਉਹ ਹਾਰੀ ਹੋਈ ਜਿਹੜੀ ਮਾਨਸਿਕਤਾ ਹੈ ਕੌਮ ਦੀ, ਉਦੋਂ ਮਨ ਕਮਜ਼ੋਰ ਹੋਏ ਹੁੰਦੇ ਨੇ। ਜਦੋਂ ਤੁਸੀਂ ਗਵਾ ਲਿਆ ਨਾ, ਕੁਛ ਐਂ ਲੱਗਿਆ ਕਿ ਇੱਕ ਆਸ ਸੀਗੀ, ਕੁਛ ਬਣਿਆ ਨਹੀਂ ਲੱਗਿਆ। ਉਹ ਜਿਹੜੇ ਬੰਦਿਆਂ ਨੇ ਉਸ ਦ੍ਰਿਸ਼ਟੀ ਤੋਂ ਦੇਖੀ ਆਸ, ਦੁਨਿਆਵੀ ਪ੍ਰਾਪਤੀ ਤੋਂ ਜਾਂ ਰਾਜਸੀ ਪ੍ਰਾਪਤੀ ਤੋਂ, ਉਹਨਾਂ ਦੇ ਮਨ ਟੁੱਟ ਗਏ। ਹੁਣ ਇਸ ਮਾਮਲੇ 'ਚ ਮੈਂ ਇੱਕੋ ਗੱਲ ਜਿਹੜੀ ਮੈਨੂੰ ਲੱਗਦਾ ਬਹੁਤ ਇੰਪੋਰਟੈਂਟ ਹੈ, ਸੰਤ ਭਿੰਡਰਾਂਵਾਲੇ ਤੋਂ ਲੈ ਕੇ ਹੁਣ ਤੱਕ ਦੇਖੀ ਗਈ। ਬਹੁਤ ਲੋਕ ਆਏ ਸੰਤ ਭਿੰਡਰਾਂਵਾਲੇ ਦੇ ਝੰਡੇ ਥੱਲੇ, ਸਮਝ ਲਓ, ਜਾਂ ਉਸ ਲਹਿਰ 'ਚ। ਪਰ ਉਹਦੇ ਮੇਨਲੀ ਦੋ ਕੈਟੇਗਰੀਜ਼, ਦੋ ਵਰਗ ਸੀਗੇ। ਇੱਕ ਇਹ ਜਿਨ੍ਹਾਂ ਨੂੰ ਪੋਲੀਟੀਕਲ ਪ੍ਰਾਪਤੀ ਦੀ ਖਿੱਚ ਵੱਧ ਸੀ, ਸੰਤਾਂ ਵੇਲੇ ਵੀ, ਜਿਹੜੇ ਸੰਤਾਂ ਦੇ ਨੇੜੇ ਵੀ ਸੀ, ਫੈਡਰੇਸ਼ਨ ਵਾਲੀ ਲੀਡਰਸ਼ਿਪ ਦਾ ਵੱਡਾ ਹਿੱਸਾ ਉਹ ਸੀ ਜਿਹੜੇ ਸਕੀਮਾਂ ਹੀ ਇਹ ਲੜਦੇ ਹੁੰਦੇ ਸੀ, ਮਿਨਿਸਟਰੀਆਂ ਵੀ, ਕਿਹੜਾ ਮਿਨਿਸਟਰ ਬਣੂ ਭਲਾ। ਉਹਨਾਂ ਨੂੰ ਰਾਜਸੀ ਸਤ੍ਹਾ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਦਿਖਦਾ। ਉਹ ਧਰਮ ਦਾ ਤਾਂ ਇੱਕ ਉਹਨਾਂ ਵਸੀਲਾ ਬਣ ਰਿਹਾ ਸੀ, ਟੂਲ। ਸੋ ਇਹ ਇੱਕ ਧਾਰਾ। ਇੱਕ ਜਿਹੜੇ ਬੰਦੇ ਪੋਲੀਟੀਕਲ ਪ੍ਰਾਪਤੀ ਦੀ ਓਡੀ ਗੱਲ ਨਹੀਂ ਉਹਨਾਂ ਵਾਸਤੇ, ਉਹ ਆਪਣੀਆਂ ਜਿਹੜੀਆਂ ਰਿਲੀਜੀਅਸ ਇੱਕ ਵੱਡੇ ਆਦਰਸ਼ ਨੇ, ਉਹ ਤੋਂ ਪ੍ਰੇਰਿਤ ਹੋ ਕੇ ਲੜ ਰਹੇ। ਹੁਣ ਇਹ ਕਿਸੇ ਡਾਕੂਮੈਂਟਾਂ 'ਚ ਨਹੀਂ ਆਈਆਂ ਗੱਲਾਂ ਵੀ ਉਹ ਵਰਗ ਨੇ ਆਹ ਡਾਕੂਮੈਂਟ ਲਿਆਂਦਾ। ਇਹ ਸਾਨੂੰ ਆਪਾਂ ਨੂੰ ਪਤਾ ਹੈ, ਜਿਹੜੇ ਬੰਦਿਆਂ ਨੇ ਵਿੱਚ ਰਹਿ ਕੇ, ਅਸੀਂ ਖਾੜਕੂ ਲਹਿਰ ਦੇ ਵਿੱਚ ਮਤਲਬ ਦੇਖੇ ਨਾ ਵੀ ਕਿ ਅੱਡ ਅੱਡ ਰੁਝਾਨ ਸੀ। ਸੈਂਕੜੇ ਇਹੋ ਜਿਹੇ ਸਿੰਘ ਸੀ ਜਿਨ੍ਹਾਂ ਵਾਸਤੇ ਇਹ ਕੋਈ ਮਾਇਨੇ ਹੀ ਨਹੀਂ ਸੀ ਕਿ ਇਹਦੇ 'ਚੋਂ ਪ੍ਰਾਪਤੀ ਕੀ ਹੁੰਦੀ ਹੈ। ਬਸ ਉਹ ਤਾਂ ਹਿਸਾਬ ਦਾ ਫਰਜ਼ ਅਦਾ ਕਰ ਰਹੇ।
ਉਹ ਤਾਂ ਫਰਜ਼ ਅਦਾ ਕਰ ਰਹੇ ਸੀ ਕਿ ਇੱਕ ਲੜਕੇ ਵੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਉਹ ਉਸ ਤਰ੍ਹਾਂ ਲੜ ਰਹੇ ਸੀ। ਚਲੋ ਲਹਿਰ ਚੱਲਦੀ ਰਹੀ, ਉਹਦਾ ਇੱਕ ਮੋਮੈਂਟਮ ਸੀ। ਲਹਿਰ ਜਦੋਂ ਖਤਮ ਹੋਈ 95 ਤੋਂ ਬਾਅਦ ਇੱਕ ਉਹ ਬਣਦਾ ਹੈ ਵਾਟਰਸ਼ੈਡ ਮਾਰਕ। 95 ਤੋਂ ਬਾਅਦ ਜੋ ਸਿਚੁਏਸ਼ਨ ਅਨਫੋਲਡ ਹੋਈ, ਜਦੋਂ ਇਹ ਹੋਇਆ ਕਿ ਫੇਰ ਰਾਜ ਕਰਨ ਦਾ ਮੌਕਾ ਉਸੇ ਭਾਰਤੀ ਢਾਂਚੇ ਦੇ ਅੰਦਰ, ਸਿਸਟਮ ਦੇ ਅੰਦਰ ਹੀ, ਜਿਹੜੀ 97 ਚ ਪਹਿਲੀ ਇਲੈਕਸ਼ਨ ਜਿੱਥੇ ਬਾਦਲ ਆਇਆ, ਮਤਲਬ ਉਸ ਤੋਂ ਬਾਅਦ ਤਾਂ ਫਿਰ ਹਰ 5 ਸਾਲਾਂ ਬਾਅਦ ਇਲੈਕਸ਼ਨ, ਉਹ ਜਿਹੜੀ ਦੌੜ ਚੱਲ ਪਈ ਨਾ, ਉਹਦੇ 'ਚ ਧਰਮ ਕਿਤੇ, ਰਾਜਸੀ ਸਤਾ ਸਿਰਫ ਰਾਜ, ਉਹ ਕਹਿਣ ਨੂੰ ਹੈ, ਬਾਕੀ ਦਾ ਧਰਮ ਤੋਂ ਸਾਰਾ ਕੁਛ। ਸੋ ਉਸ ਨੇ ਸਾਡਾ ਜਿਹੜਾ ਕਾਫੀ ਕੁਛ ਵਿਗਾੜਤਾ। ਉਹ ਜੇ ਤਾਂ ਰਾਜ ਮਿਲ ਜਾਂਦਾ, ਚੱਲ ਉਦੋਂ 97 ਚ ਕਿਤੇ ਜਾਂ 2 ਚ ਮਿਲ ਜਾਂਦਾ, ਸ਼ਾਇਦ ਥੋੜ੍ਹੀ ਤਸੱਲੀ ਹੋ ਜਾਂਦੀ, ਕੁਛ ਨਾ ਕੁਛ ਹੋ ਜਾਂਦਾ। ਜਦੋਂ ਫਿਰ ਹੁਣ ਟੋਟਲ ਡਿਸਇਲੂਜਨ ਹੋ ਗਏ ਵੀ ਇੱਥੇ ਰਾਜ ਨਹੀਂ ਮਿਲਣਾ, ਤੇ ਰਾਜ ਤੋਂ ਬਿਨਾਂ ਦਿਸਦਾ ਕੁਛ ਨਹੀਂ ਉਹਨਾਂ ਨੂੰ, ਉਹ ਬੰਦੇ ਟੁੱਟ ਗਏ ਅੰਦਰ। ਜਿਹੜਾ ਉਹ ਸੈਕਸ਼ਨ ਸੀ ਪਿੱਛੇ, ਜਿਹੜਾ ਇਹ ਆਸ ਲਾਈ ਬੈਠਾ ਸੀ, ਉਹ ਟੁੱਟਿਆ ਹੋਇਆ ਸੈਕਸ਼ਨ, ਉਹ ਡੀਜਨਰੇਟ ਹੋਇਆ, ਉਹ ਪਤਤ ਵੀ ਹੋਇਆ, ਉਹ ਨਸ਼ਿਆਂ 'ਚ ਵੀ ਗਿਆ, ਉਹਨੇ ਸਭ ਕੁਛ ਕਰਨਾ ਸੀਗਾ। ਇਹ ਸਾਰੇ ਵਰਗਾਂ 'ਚ ਹੀ ਵਾਪਰਦਾ ਹੁੰਦਾ, ਕੋਈ ਸਿੱਖਾਂ 'ਚ ਇਕੱਲਿਆਂ 'ਚ ਨਹੀਂ। ਸੋ ਜਿਹੜੇ ਬੰਦੇ ਆਈਡੀਅਲਸ ਨਾਲ ਖੜਨ ਵਾਲੇ ਹੁੰਦੇ ਨਾ, ਆਦਰਸ਼ਾਂ ਨਾਲ, ਉਹ ਮਿਨੋਰਟੀ ਹੁੰਦੀ ਹੈ, ਤੇ ਉਹ ਅੱਜ ਵੀ ਹੈ। ਜੇ ਤਾਂ ਹੋਵੇ ਨਾ ਵੀ ਸਭ ਕੁਛ ਹੀ ਰੁੜ ਗਿਆ, ਇਹ ਨਹੀਂ। ਬੰਦੇ ਕਿਸੇ ਸਿਚੁਏਸ਼ਨ 'ਚ 5 ਵੀ ਖੜ ਰਹੇ ਹਨ ਨਾ ਸ਼ੁੱਧ, ਉਹ ਫਿਰ 5000 ਬਣਨ ਨੂੰ ਟਾਈਮ ਨਹੀਂ ਲੱਗਣਾ। ਜੇ 5 ਵੀ ਨਾ ਰਹੇ, ਸਭ ਕੁਛ ਹੀ ਖਤਮ ਹੋ ਗਿਆ, ਫਿਰ ਆਪਾਂ ਕਹਿ ਸਕਦੇ ਹਾਂ ਕੁਛ ਵੀ ਨਹੀਂ। ਸੋ ਸਾਨੂੰ ਉਹ ਨੈਗੇਟਿਵ ਜ਼ਿਆਦਾ ਦਿਸ ਰਿਹਾ ਹੈ, ਪੋਜ਼ੀਟਿਵ ਕਿਉਂਕਿ ਉਹਨੇ ਪ੍ਰਗਟ ਨਹੀਂ ਹੋਣਾ ਅਜੇ, ਤੇ ਬਾਕੀ ਕੁਛ ਗੱਲਾਂ ਹਿਡਨ ਹੁੰਦੀਆਂ ਨੇ ਜਿਹੜੀਆਂ ਅਜੇ ਆਪਾਂ ਨੂੰ ਨਹੀਂ ਪ੍ਰਤੱਖ ਹੋਣਗੀਆਂ। ਸੋ ਜੋ ਲਹੂ ਡੁੱਲਿਆ ਉਹਨੇ ਇੱਕ ਰੰਗ ਲਿਆਉਣਾ ਹੈ, ਪਰ ਕਿਸੇ ਖਾਸ ਮੌਕੇ 'ਤੇ ਉਹ ਪ੍ਰਗਟ ਹੋਣਾ ਹੈ। ਇਹ ਆਸ ਸਾਨੂੰ ਰੱਖਣੀ ਚਾਹੀਦੀ ਹੈ। ਸੋ ਆਹ ਇੱਕ ਜਿਹੜੀ ਗੱਲ ਤੁਸੀਂ ਪਤਤਪੁਣੇ ਵਾਲੀ ਕੀਤੀ ਨਾ, ਪੰਜਾਬ 'ਚ ਕਿਉਂ ਵੱਧ, ਇੱਥੇ ਕਿਉਂ ਘੱਟ। ਪਹਿਲਾਂ ਇਦੋਂ ਉਲਟ ਸੀ, ਇੱਥੇ ਪਤਤਪੁਣਾ ਵੱਧ ਸੀ, ਉੱਥੇ ਘੱਟ ਸੀ, ਕਿਉਂਕਿ ਉੱਥੇ ਇੱਕ ਬੰਦੇ ਮਤਲਬ ਉਹਨਾਂ ਨੂੰ ਕੋਈ ਹੋਪ ਦਿਸ ਰਹੀ ਸੀਗੀ, ਇੱਕ ਮਾਹੌਲ ਸੀਗਾ ਆਸ਼ਾ ਵਾਲਾ। ਹੁਣ ਜਦੋਂ ਉੱਥੇ ਡਿਸਇਲੂਜਨ ਹੋ ਗਏ, ਗੁਲਾਮੀ 'ਚ ਰਹਿਣਾ ਪੈ ਰਿਹਾ ਹੈ, ਰੋਟੀ ਦੀ ਪ੍ਰੋਬਲਮ ਹੈ, ਇੱਥੇ ਇਕਨੋਮਿਕ ਸਿਕਿਉਰਿਟੀ ਤਾਂ ਹੈ ਨਾ ਬੰਦੇ ਨੂੰ ਰੋਟੀ, ਉੱਥੇ ਤਾਂ ਇੱਕ ਨਹੀਂ ਕਈ ਸਮੱਸਿਆਵਾਂ ਹੈ। ਉਹਦੇ ਵਾਸਤੇ ਤਕੜੀ ਆਤਮਾ ਚਾਹੀਦੀ ਹੈ ਜਿਹੜੀ ਝੱਲ ਜੇ ਸਾਰਾ ਕੁਛ। ਤੇ ਜਦੋਂ ਬੰਦਾ ਆਤਮਿਕ ਤੌਰ 'ਤੇ ਕਮਜ਼ੋਰ ਹੋ ਗਿਆ, ਫਿਰ ਡਿੱਗ ਪੈਂਦਾ ਉੱਥੇ, ਉਹ ਐਂ ਡਿੱਗ ਰਹੇ ਨੇ ਉੱਥੇ ਬੰਦੇ। ਤੇ ਇਹ ਟੈਂਪਰੇਰੀ ਪੀੜ ਹੁੰਦੇ ਨੇ, ਆਉਂਦੇ ਨੇ, ਹਰ ਕੌਮਾਂ ਦੇ ਉੱਤੇ ਆਉਂਦੇ ਨੇ। ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਹੈ, ਤੇ ਉਹ ਤੋਂ ਬਾਅਦ ਲੈ ਕੇ ਬੰਦੇ ਚੱਲ ਵੀ ਰਹੇ ਨੇ, ਤੇ ਉਹ ਫਿਰ ਕਿਤੇ ਵੱਡਾ ਕਾਫਲਾ ਬਣਨਗੇ। ਇਹ ਕੋਈ ਵੱਡੀ ਗੱਲ ਨਹੀਂ, ਇਹ ਕੋਈ ਫੋਕੀਆਂ ਗੱਲਾਂ ਵੀ ਨਹੀਂ। ਆਈ ਚੱਲ ਸਾਡਾ ਇਤਿਹਾਸ ਆਈ ਚੱਲਿਆ ਹੈ। ਇਹ ਜਿਹੇ ਦੌਰ ਆਏ ਨੇ ਜਿੱਥੇ ਵੀ ਕੋਈ ਹਰਿਆ ਬੂਟ ਰਹੇ, ਉਹਦੀ ਥੋੜ੍ਹੀ ਬਿਰਲੀ ਖੜੇ ਹੁੰਦੇ ਨੇ, ਪਰ ਫਿਰ ਮੁੜ ਕੇ ਉਹ ਇੱਕ ਵੱਡਾ ਕਾਫਲਾ ਬਣਦੇ। ਸਿੱਖ ਵਿਰੋਧੀਆਂ ਨੇ ਸਾਡੀ ਸਿਧਾਂਤਕ ਘੇਰਾਬੰਦੀ ਕੀਤੀ ਹੈ। ਅੱਜ ਸਮਾਂ ਮੰਗ ਕਰਦਾ ਹੈ ਕਿ ਸਾਡੇ ਤੇ ਹੋਈ ਮਾਨਸਿਕ ਘੇਰਾਬੰਦੀ ਨੂੰ ਸਮਝੀਏ ਅਤੇ ਇਸ ਨੂੰ ਗਿਆਨ ਦੀ ਖੜਗ ਨਾਲ ਤੋੜੀਏ। ਆਪਣੇ ਆਪ ਨੂੰ ਇੰਨਾ ਚੇਤੰਨ ਕਰੀਏ ਕਿ ਅਸੀਂ ਦੁਸ਼ਮਣ ਵੱਲੋਂ ਕੀਤੇ ਹਰ ਹਮਲੇ ਦਾ ਜਵਾਬ ਦੇ ਸਕੀਏ। ਇਸ ਘੇਰਾਬੰਦੀ ਨੇ ਸਾਨੂੰ ਸਾਡੇ ਗੁਰੂ ਨਾਲੋਂ, ਸਿੱਖੀ ਸਿਧਾਂਤ ਨਾਲੋਂ, ਸਿੱਖ ਇਤਿਹਾਸ ਨਾਲੋਂ ਤੋੜਨ ਵਿੱਚ ਯਤਨ ਕੀਤਾ ਹੈ। ਅੱਜ ਸਾਨੂੰ ਇਸ ਘੇਰਾਬੰਦੀ ਨੂੰ ਤੋੜਨ ਦੀ ਲੋੜ ਹੈ ਅਤੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਸਿਧਾਂਤ ਨਾਲ ਜੁੜਨ ਦੀ ਲੋੜ ਹੈ। ਘੇਰਾਬੰਦੀ ਦਾ ਯਤਨ ਇਹ ਹੈ ਕਿ ਇਹਨਾਂ ਨੂੰ ਆਪਦੇ ਫਲਸਫੇ ਨਾਲ ਤੋੜਿਆ ਜਾਵੇ, ਆਪਦੇ ਗਿਆਨ ਪ੍ਰਬੰਧ ਨਾਲ ਤੋੜਿਆ ਜਾਵੇ, ਗੁਰਬਾਣੀ ਨਾਲ ਤੋੜਿਆ ਜਾਵੇ, ਤੇ ਮਾਡਰਨ ਐਜੂਕੇਸ਼ਨ ਦੇ ਪਲੇਚੇ 'ਚ ਲਿਆ ਜਾਵੇ ਇਹਨਾਂ ਨੂੰ। ਤੇ ਇਹ 'ਚੋਂ ਨਿਕਲਣ ਦਾ ਢੰਗ ਇਹੀ ਹੈ ਕਿ ਅਸੀਂ ਫਿਰ ਉੱਥੇ ਜਾ ਕੇ ਜੁੜੀਏ ਜਿੱਥੋਂ ਸਾਨੂੰ ਤੋੜਨ ਦੇ ਯਤਨ, ਗੁਰਬਾਣੀ ਨਾਲ ਤੇ ਗੁਰੂਆਂ ਨਾਲ। ਜਦੋਂ ਉੱਥੇ ਜਾ ਜੁੜੇ, ਜਦੋਂ ਉਸ ਪਾਵਰ ਹਾਊਸ ਨਾਲ ਸਾਡਾ ਕਨੈਕਸ਼ਨ ਜਾ ਜੁੜਿਆ ਨਾ, ਫਿਰ ਓਵਰਨਾਈਟ ਚੇਂਜਸ ਆਉਣਗੇ। ਕੋਈ ਘੇਰਾਬੰਦੀ ਨਹੀਂ ਪੈ ਸਕੂਗੀ। ਇਹ ਤਾਂ ਕਮਜ਼ੋਰ ਹੋਏ ਮਨਾਂ ਦੀਆਂ ਘੇਰਾਬੰਦੀਆਂ। ਪਹਿਲਾਂ ਅਸੀਂ ਕਮਜ਼ੋਰ ਹੋਏ ਤਾਂ ਹੀ ਘੇਰਾਬੰਦੀ ਸਫਲ ਹੋਈ। ਸੋ ਇਸ ਕਰਕੇ ਅੱਜ ਸਿੱਖਾਂ ਨੇ ਜੇ ਬਚਣਾ ਹੈ, ਉਹ ਛੱਡ ਦੇਣ ਵੀ ਸਾਨੂੰ ਉੱਥੇ ਕੋਈ ਰਾਜਸੀ ਸਤਾ ਮਿਲ ਜੂ,
ਜੇ ਮਿਲੂਗੀ ਇੰਨੀ ਜਲੀਲ ਹੋ ਕੇ ਮਿਲੂ ਉਹ ਤੁਹਾਡੇ ਵਾਸਤੇ ਹੋਰ ਵੀ ਲਾਹਨਤ ਵਾਲੀ ਗੱਲ ਹੋਊ। ਸੋ ਅਸੀਂ ਆਪਦੇ ਰੂਹਾਨੀ ਤੌਰ ਦੇ ਉੱਤੇ ਤਕੜੇ ਹੋਈਏ, ਗੁਰਬਾਣੀ ਨਾਲ ਜੁੜੀਏ, ਤੇ ਜਦੋਂ ਅਸੀਂ ਰੂਹਾਨੀ ਤੌਰ ਤੇ ਤਕੜੇ ਹੋ ਜਾਾਂਗੇ ਫਿਰ ਸਾਨੂੰ ਚੀਜ਼ਾਂ ਬਿਲਕੁਲ ਇੱਕ ਵੱਖਰੀ ਤਰ੍ਹਾਂ ਦਿਸਣ ਲੱਗ ਜਾਣਗੀਆਂ, ਰਾਹ ਵੀ ਦਿਸ ਪੈਣਗੇ, ਸਭ ਕੁਝ ਖੁੱਲ੍ਹ ਜੂਗਾ। ਅੱਜ ਜਿਹੜੀ ਦਿਸ਼ਾਹੀਨਤਾ ਲੱਗਦੀ ਹੈ ਨਾ, ਵੀ ਬੰਦੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੌਣ ਠੀਕ ਹੈ ਕੌਣ ਗਲਤ ਹੈ, ਇੱਧਰ ਜਾਈਏ ਇੱਧਰ ਜਾਈਏ, ਇਹ ਕਨਫਿਊਜ਼ਡ ਸਟੇਟ ਆਫ ਮਾਈਂਡ ਗੁਰਬਾਣੀ ਨਾਲ ਟੁੱਟਣ ਦਾ ਹੈ। ਸੋ ਗੁਰਬਾਣੀ ਨਾਲ ਜੁੜੇ ਹੋਏ ਬੰਦੇ ਨੂੰ ਰਾਹ ਦਿਸਣ ਲੱਗ ਪੈਂਦੇ ਜੇ ਸੱਚੇ ਮਨੋਂ ਜੁੜੇ, ਸੱਚੇ ਮਨ ਜੋ ਉਸ ਅਵਸਥਾ 'ਚ ਪਹੁੰਚਦੇ ਬੰਦੇ। ਇੱਕ ਲੇਖਕ ਦਾ ਕਥਨ ਹੈ ਕਿ ਤਲਵਾਰ ਦੀ ਧਾਰ ਤੋਂ ਮਨੁੱਖ ਬਚ ਜਾਏ, ਪਰ ਇਤਿਹਾਸ ਦੀ ਮਾਰ ਉੱਠਣ ਜੋਗਾ ਨਹੀਂ ਛੱਡਦੀ। ਇਤਿਹਾਸ ਦੀ ਮਾਰ ਤੋਪਾਂ ਬੰਦੂਕਾਂ ਦੀ ਮਾਰ ਤੋਂ ਕਿਤੇ ਵਧੇਰੇ ਘਾਤਕ ਹੁੰਦੀ ਹੈ। ਜਿੱਥੇ ਦੁਸ਼ਮਣ ਤਲਵਾਰ ਨਾਲ ਖਤਮ ਨਹੀਂ ਕਰ ਸਕਦਾ, ਉੱਥੇ ਇਤਿਹਾਸ ਦੀ ਮਾਰ ਮਾਰੀ ਜਾਂਦੀ ਹੈ। ਭਾਰਤ ਵਿੱਚ ਵਸਦੀਆਂ ਕੌਮਾਂ ਜਿਵੇਂ ਕਿ ਮੂਲ ਨਿਵਾਸੀ, ਬੋਧੀ, ਜੈਨੀ, ਇਹਨਾਂ ਨਾਲ ਇਹ ਵਾਪਰ ਚੁੱਕਾ ਹੈ ਤੇ ਸਿੱਖਾਂ ਨਾਲ ਇਹ ਵਾਪਰ ਰਿਹਾ ਹੈ। ਕੌਮ ਦੇ ਵਿਦਵਾਨਾਂ ਅਤੇ ਨੌਜਵਾਨਾਂ ਦਾ ਫਰਜ਼ ਬਣਦਾ ਹੈ ਕਿ ਆਪਸੀ ਧੜੇਬਾਜ਼ੀ ਤੋਂ ਉੱਪਰ ਉੱਠ ਕੇ ਕੌਮੀ ਤੌਰ ਤੇ ਸੋਚਣਾ ਸ਼ੁਰੂ ਕਰੀਏ, ਗਿਆਨ ਨਾਲ ਆਪਣੀਆਂ ਤੇਗਾਂ ਦੀ ਧਾਰ ਤੇਜ਼ ਕਰੀਏ ਤੇ ਦੁਸ਼ਮਣ ਨੂੰ ਕਰਾਰਾ ਜਵਾਬ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੇ ਮਨਾਂ ਅੰਦਰ ਆਪਣੀ ਵੱਖਰੀ ਪਛਾਣ ਨੂੰ ਲੈ ਕੇ ਇੱਕ ਰੀਝ ਪੈਦਾ ਹੋ ਗਈ ਸੀ। ਜਿਹੜਾ ਇਤਿਹਾਸ ਆ ਨਾ, ਉਹ ਭੁਲਾ ਦੇਣ ਦੇ ਖਿਲਾਫ ਯਾਦ ਰੱਖਣ ਦੀ ਜੰਗ ਹੈ। ਅੱਜ ਜਿਹੜੀਆਂ ਸਾਰੀਆਂ ਸਟੇਟਸ ਹੈ ਉਹਨਾਂ ਦੀ ਇੱਕ ਸਰਟਨ ਪੋਲੀਟੀਕਲ ਆਈਡੀਓਲੋਜੀ ਹੁੰਦੀ ਹੈ ਤੇ ਉਹ ਉਸ ਆਈਡੀਓਲੋਜੀ ਲੋਕਾਂ ਦੇ ਦਿਮਾਗਾਂ 'ਚ ਵਾੜਨ ਦੀ ਕੋਸ਼ਿਸ਼ ਕਰਦੇ ਆ। ਕਵੀ ਸੈਨਾਪਤ ਗੁਰੂ ਸਾਹਿਬ ਨੂੰ ਸਗਲ ਸ੍ਰਿਸ਼ਟ ਮੈਂ ਢਾਪੀ ਚਾਦਰ ਕਹਿ ਰਹੇ ਨੇ, ਪਰ ਦੂਜੇ ਬੰਨੇ ਉਹਨਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਪ੍ਰਚਾਰਿਆ ਗਿਆ। ਉਹ ਹਿੰਦੂ ਧਰਮ ਦੀ ਗੱਲ ਨਹੀਂ ਸੀ, ਗੱਲ ਇਹ ਸੀ ਕਿ ਜਿਹੜੀ ਹੈਗੀ ਹੈ ਫਰੀडम ਆਫ ਪ੍ਰੋਫੈਸ਼ਨ, ਕਿ ਕਿਹੜੇ ਬੰਦੇ ਨੇ ਕਿਹੜਾ ਧਰਮ ਚੂਜ਼ ਮੰਨਣਾ, ਇਹ ਬੰਦੇ ਦੀ ਆਪਦੀ ਆਜ਼ਾਦੀ ਹੋਣੀ ਚਾਹੀਦੀ। ਗੁਰੂ ਨਾਨਕ ਸਾਹਿਬ ਜਦੋਂ ਲਫ਼ਜ਼ ਵਰਤਦੇ ਆ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਉਹ ਅੱਜ ਵਾਲਾ ਭਾਰਤ ਨਹੀਂ ਹੈ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਾਡੇ ਪੜ੍ਹੇ ਲਿਖੇ ਵਿਦਵਾਨ, ਪ੍ਰੋਫੈਸਰ, ਪ੍ਰਿੰਸੀਪਲ ਇਹੋ ਜਿਹੀ ਗਲਤੀ ਕਰਦੇ ਹਨ। ਨੇਸ਼ਨ ਬਿਲਡਿੰਗ ਦਾ ਪ੍ਰੋਸੈਸ ਹੈ, ਇਹ ਹੈ ਕਿ ਯੂਨੀਫਾਰਮਿਟੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਡਿਵਰਸਿਟੀ ਨੂੰ ਖਤਮ ਕਰਕੇ। 80ਵੇਂ ਦੇ ਦਹਾਕੇ ਵਿੱਚ ਇਕੱਲੇ ਪੰਜਾਬ ਹੀ ਨਹੀਂ, ਪੂਰੇ ਭਾਰਤ ਵਿੱਚ ਬਹੁਤ ਸਾਰੀਆਂ ਲਹਿਰਾਂ ਚੱਲ ਰਹੀਆਂ ਸਨ। ਆਪਾਂ ਮੀਡੀਆ ਦੇ ਵੱਡੇ ਹਿੱਸੇ ਦੇ ਉੱਤੇ ਅਗਰ ਆਉਂਦੇ ਆ ਤਾਂ ਉਹਦੇ ਵਿੱਚ ਵੀ ਸਾਡੇ ਗੁਰੂ ਪਾਤਸ਼ਾਹ ਦੀ ਜਿਹੜਾ ਕੱਦ ਆ ਉਹਨੂੰ ਬਿਲਕੁਲ ਬੌਣਾ ਕਰਕੇ ਔਰ ਇੱਕ ਰਾਸ਼ਟਰਵਾਦੀ ਲੈਵਲ ਤੱਕ ਲਿਆਉਣ ਦੀ ਜਿਹੜੀ ਕੋਝੀ ਸਾਜ਼ਿਸ਼ ਆ ਉਹ ਕੀਤੀ ਗਈ। ਜਾਤ ਪਾਤੀ ਹੰਕਾਰ ਨਾਲ ਜੁੜਿਆ ਹੋਇਆ ਵਰਗ ਹੈਗਾ ਜਿਹੜਾ ਉਹ ਰਾਜ ਚਲਾ ਰਿਹਾ, ਤਾਂ ਜਿਸ ਤਰ੍ਹਾਂ ਉਹ ਮਾਨਸਿਕ ਤੌਰ ਤੇ ਗੁਲਾਮ ਬਣਾ ਰਿਹਾ ਲੋਕਾਂ ਨੂੰ, ਉਹ ਗੁਲਾਮੀ ਆ ਫਿਰ ਲੋਕਾਂ ਦੀ ਟੁੱਟਣੀ ਸੀ। ਜਿੱਦੇ ਸਿੱਖ ਜਾਗਰੂਕ ਹੋ ਜਾਣਗੇ, ਜਿੱਦੇ ਸਿੱਖ ਸੋਵਰਨ ਹੋ ਜਾਣਗੇ, ਉੱਤੇ ਫਿਰ ਇਹ ਨਕਸ਼ੇ, ਇਸ ਖਿੱਤੇ ਦਾ ਨਕਸ਼ਾ ਇਹ ਨਹੀਂ ਰਹਿਣਾ। RSS ਵੱਲੋਂ ਸਮੇਂ-ਸਮੇਂ ਤੇ ਸਿੱਖਾਂ ਉੱਪਰ ਸਿਧਾਂਤਕ ਹਮਲੇ ਹੁੰਦੇ ਆਏ ਹਨ। ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਕਹਿ ਕੇ ਪ੍ਰਚਾਰਿਆ ਜਾਂਦਾ ਹੈ। ਅੰਗਰੇਜ਼ਾਂ ਕੋ ਆਜ਼ਾਦੀ ਵੇਲੇ ਵੀ ਇਹ ਜ਼ੋਰ ਦਿੰਦੇ ਰਹੇ ਵੀ ਅਸੀਂ ਤਿਰੰਗੇ ਨੂੰ ਮਾਨਤਾ ਨਹੀਂ ਦਿੰਦੇ। ਤੇ ਜਿਹੜਾ ਮਟੀਰੀਅਲਿਜ਼ਮ ਇੰਨਾ ਹਾਵੀ ਹੋ ਗਿਆ ਸੰਸਾਰ ਪੱਧਰ ਤੇ, ਬੰਦੇ ਦਾ ਈਮਾਨ ਕੋਈ ਰਹਿ ਹੀ ਨਹੀਂ ਗਿਆ ਪੈਸੇ ਤੋਂ ਬਿਨਾਂ। ਹਿੰਦੀ ਦੇ ਅਖਬਾਰਾਂ ਨੇ ਹੌਲੀ-ਹੌਲੀ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਵੱਡੀ ਮਾਰਕੀਟ ਨੂੰ ਕਵਰ ਕੀਤਾ। ਪੁਰਾਤਨ ਪੰਜਾਬੀ ਦੇ ਅਖਬਾਰ ਜਾਂ ਮੈਗਜ਼ੀਨ ਸੀ ਵਗੈਰਾ ਖਤਮ ਕਰ ਦਿੱਤੀ ਗਈ। ਤੇ ਸਿੱਖਾਂ 'ਚ ਗੁੱਡਵਿਲ ਬਣਾਈ ਜਾ ਸਕਦੀ ਆ ਮਸਲਾ ਚੁੱਕ ਕੇ, ਇਹਨਾਂ ਦਾ ਇੱਕ ਬੰਦਾ ਛਡਾ ਦਿਓ ਫਾਂਸੀ ਤੋਂ। ਸਿੱਖਾਂ ਦਾ ਕੋਈ ਸੈਕਸ਼ਨ ਜਿਹੜਾ ਸੈਕੂਲਰਿਸਟ ਤੇ ਲੈਫਟਿਸਟ ਹੈ, ਉਹਨਾਂ ਨੇ ਇਹ ਪੈਂਤਰਾ ਲਿਆਂਦਾ ਕਿ ਜਿਹੜੀ ਸਿੱਖ ਕੌਮ ਹੈ ਇਹਦਾ ਕੋਈ ਆਧਾਰ ਨਹੀਂ। ਪੰਜਾਬੀ ਕੌਮ ਦਾ ਕੋਈ ਸੰਕਲਪ ਹੀ ਨਹੀਂ ਹੈਗਾ, ਇਹ ਡੱਕਿਆ ਨੂੰ ਸੀ ਤੇ ਫੇਲਡ ਸੰਕਲਪ ਹੈਗਾ। ਔਰ ਬਹੁਤ ਵੱਡਾ ਸਿੱਖ ਕੌਮ ਨਾਲ ਧੋਖਾ, ਔਰ ਇਹਦੇ 'ਚ ਸਾਡੇ ਜਿਹੜੇ ਆਪਣੇ ਆ ਉਹਨਾਂ ਦਾ ਸਾਰਿਆਂ ਦਾ ਜ਼ੋਰ ਲੱਗਾ ਹੋਇਆ ਵੀ ਪੰਜਾਬੀ ਪੰਜਾਬ, ਪੰਜਾਬੀ ਪੰਜਾਬੀਅਤ। ਸਿੱਖਾਂ ਦਾ ਨਿਆਰਾਪਣ, ਸ਼੍ਰੀ ਅਕਾਲ ਤਖਤ ਸਾਹਿਬ ਦਾ ਧਰਮ ਅਤੇ ਰਾਜਨੀਤੀ ਦਾ ਫਲਸਫਾ, ਇਹ ਸਾਰੀਆਂ ਗੱਲਾਂ ਵਿਰੋਧੀਆਂ ਨੂੰ ਸ਼ੁਰੂ ਤੋਂ ਹੀ ਰੜਕਦੀਆਂ ਰਹੀਆਂ। ਇਹ ਹੈ ਕਿ 1984 ਤੋਂ ਬਾਅਦ ਜਿਹੜਾ ਇੱਕ ਸੋਚਿਆ ਵੀ ਹੁਣ ਸਿੱਖਾਂ ਨੂੰ ਕਾਬੂ ਕਿਵੇਂ ਕਰਨਾ। ਇੱਥੇ ਮਿਲਟਰੀ ਲਾਤੀ, ਇੱਥੇ ਹੋਰ ਸਾਰਾ ਕੁਛ, ਉਹ ਤਾਂ ਮਈਅਰਸ ਲੈ ਰਹੇ ਰਿਪਰੈਸਿਵ। ਦੂਜਾ ਉਹਨਾਂ ਨੂੰ ਇਹ ਸੀ ਕਿ ਇਹਨਾਂ ਨੂੰ ਥਾਟ ਦੀ ਲੈਵਲ ਦੇ ਉੱਤੇ ਕੰਟਰੋਲ ਕਰੋ। ਹੈਦਰਾਬਾਦ ਦੇ ਵਿੱਚ ਨਾਰੇ ਕੰਧਾਂ ਤੇ ਲਿਖੇ ਪਏ, ਰੈੱਡ ਸਲੂਟ ਟੂ ਭਿੰਡਰਾਂ ਵਾਲੇ। ਲੋਕ ਭਿੰਡਰਾਂ ਵਾਲੇ ਨੂੰ ਕਮਿਊਨਿਸਟ ਆਪਦਾ ਹੀਰੋ ਦੇਖ ਰਹੇ। ਉਹਨਾਂ ਦੇ ਮਨਾਂ 'ਚ ਉਹਦਾ ਇੱਕ ਹੀਰੋ, ਇੱਕ ਇਮੇਜ ਬਣ ਗਿਆ।
ਇਹ ਉਹਨੂੰ ਵਿਲਨ ਦੇਖ ਰਹੇ ਸੀ। 1986 ਵਿੱਚ ਚੰਡੀਗੜ੍ਹ ਦੀ ਯਾਤਰਾ ਕਰਨਾ ਹਿੰਦੂ ਫਿਰਕਾਪ੍ਰਸਤੀ ਤੇ ਸਭ ਨਾਲੋਂ ਘਿਨੌਣੇ ਰੂਪ ਦੇ ਦਰਸ਼ਨ ਕਰਨਾ ਸੀ। 1978 ਇੱਕ ਵਾਟਰਸ਼ੈਡ ਮਾਰਕ ਬਣਦਾ ਹੈ ਕਿ ਉਦੋਂ ਹੀ ਸਿੱਖ ਜਿਹੜਾ ਹੈਗਾ ਅਪਸਾਰੀ ਸ਼ੁਰੂ ਹੁੰਦਾ ਹੈ। ਪੋਲੀਟੀਕਲ ਅਚੀਵਮੈਂਟ ਵਾਜ਼ ਨਾਟ ਹਿਸ ਸੈਂਟਰਲ ਆਬਜੈਕਟਿਵ। ਜਿਸ ਆਬਜੈਕਟਿਵ ਵਾਸਤੇ ਉਹਨੇ ਲੜਾਈ ਲੜੀ, ਸ਼ਹੀਦੀਆਂ ਦਿੱਤੀਆਂ, ਆਪਾਂ ਉੱਥੋਂ ਦੇਖੀਏ ਕੋਈ ਅਚੀਵਮੈਂਟ ਹੋਈ। ਸਾਨੂੰ ਲੱਗੀ ਜਾਂਦਾ ਨਾ ਵੀ ਉਹ 'ਚੋਂ ਖੱਟਿਆ ਕਿ ਮੈਂ ਕਹਿੰਦਾ ਵੀ ਜੇ ਉਹ ਲੜਾਈ ਨਾ ਲੜੀ ਗਈ ਹੁੰਦੀ ਫਿਰ ਤੁਸੀਂ ਦੇਖਦੇ ਅੱਜ ਪੰਜਾਬ 'ਚ ਕੀ ਹਾਲਤ ਹੋਣੀ ਸੀ। ਜਿਨ੍ਹਾਂ ਨੂੰ ਪੋਲੀਟੀਕਲ ਪ੍ਰਾਪਤੀ ਦੀ ਖਿੱਚ ਵੱਧ ਸੀ, ਜਿਹੜੇ ਸੰਤਾਂ ਦੇ ਨੇੜੇ ਵੀ ਸੀ, ਫੈਡਰੇਸ਼ਨ ਵਾਲੀ ਲੀਡਰਸ਼ਿਪ ਦਾ ਵੱਡਾ ਹਿੱਸਾ ਉਹ ਸੀ ਜਿਹੜੇ ਸਕੀਮਾਂ ਹੀ ਇਹ ਲੜਦੇ ਹੁੰਦੇ ਸੀ, ਮਿਨਿਸਟਰੀਆਂ ਵੀ, ਕਿਹੜਾ ਮਿਨਿਸਟਰ ਬਣੂ ਭਲਾ। ਸੋ ਸਾਨੂੰ ਉਹ ਨੈਗੇਟਿਵ ਜ਼ਿਆਦਾ ਦਿਸ ਰਿਹਾ, ਪੋਜ਼ਿਟਿਵ ਕਿਉਂਕਿ ਉਹਨੇ ਪ੍ਰਗਟ ਨਹੀਂ ਹੋਣਾ ਅਜੇ। ਸੋ ਜੋ ਲਹੂ ਡੁੱਲਿਆ ਉਹਨੇ ਇੱਕ ਰੰਗ ਲਿਆਉਣਾ, ਪਰ ਕਿਸੇ ਖਾਸ ਮੌਕੇ ਤੇ ਉਹ ਪ੍ਰਗਟ ਹੋਣਾ।